ਜਿਹੜਾ ਕਿ ਦੁਸ਼ਹਿਰੇ ਦਾ ਤਿਉਹਾਰ ਆ ਉਹ ਬਿਲਕੁਲ ਗਲਤ ਆ। ਅਸੀਂ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ, ਜੇ ਤੁਸੀਂ ਦੁਸ਼ਹਿਰਾ ਮਨਾਉਣਾ ਹੀ ਆ, ਜੇ ਪੁਤਲੇ ਫੂਕਣੇ ਹੀ ਆ, ਜਿੰਨੇ ਰੇਪਿਸਟ ਬਾਬੇ ਆ ਆਪਣੇ ਇੰਡੀਆ ਦੇ ਵਿੱਚ, ਜਿਵੇਂ ਕਿ ਰਾਮ ਰਹੀਮ ਹੋ ਗਏ, ਬਾਬੂ ਆਸਾ ਰਾਮ ਹੋ ਗਏ, ਬਾਬਾ ਰਾਮ ਜੀ ਹੋ ਗਏ, ਇਹਨਾਂ ਦੇ ਫੂਕਣੇ ਚਾਹੀਦੇ ਆ, ਕਿਉਂਕਿ ਮਹਾਤਮਾ ਰਾਵਣ ਜੀ ਇੱਕ ਬਹੁਤ ਵੱਡੇ ਮਹਾਨ ਸੀਗੇ। ਜੇ ਮਹਾਤਮਾ ਰਾਵਣ ਇਹਨਾਂ ਨੂੰ ਇੰਨੇ ਗਲਤ ਲੱਗਦੇ ਆ ਤੇ ਜਦੋਂ ਉਹਨਾਂ ਦਾ ਪੁਤਲਾ ਦਹਨ ਕਰਦੇ ਆ ਉਸ ਤੋਂ ਪਹਿਲਾਂ ਉਹਨਾਂ ਦੀ ਪੂਜਾ ਕਾਹਤੋਂ ਕਰਦੇ ਆ? ਤਾਂ ਉਸ ਪੂਜਾ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਦਹਨ ਹੁੰਦਾ ਵਾ ਜਾਂ ਅਗਨੀ ਉਹਨਾਂ ਨੂੰ ਦਿੰਦੇ ਆ, ਉਸ ਤੋਂ ਬਾਅਦ ਉਹਨਾਂ ਦੇ ਅਸਤ ਚੱਕ ਕੇ ਘਰ ਕਿਉਂ ਰੱਖਦੇ ਆ? ਇਹ ਜਿਹੜਾ ਮਤਲਬ ਪੁਤਲੇ ਜਿਹੜੇ ਜਲਾਉਂਦੇ ਹੈਗੇ ਆ, ਇਹ ਬਿਲਕੁਲ ਹੀ ਮਤਲਬ ਧਾਰਮਿਕ ਪੱਖੋਂ, ਨੈਤਿਕ ਪੱਖੋਂ, ਵਿਗਿਆਨਕ ਪੱਖੋਂ ਬਿਲਕੁਲ ਜਿਹੜੀ ਹੈਗੀ ਆ ਉਹ ਗਲਤ ਗੱਲ ਹੈਗੀ ਆ। ਰਾਵਣ ਮਹਾਤਮਾ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਸੀ। ਆਪਣੇ ਪਰਿਵਾਰ ਦੀ ਰੱਖਿਆ ਕਰਨਾ ਹਰ ਬੰਦੇ ਦਾ ਫਰਜ਼ ਹੈ, ਇਨਸਾਨ ਹੈ। ਜੋ ਸਮਾਨਤਾ ਬਰਾਬਰਤਾ ਔਰਤਾਂ ਨੂੰ ਉਹ ਮਹਾਤਮਾ ਰਾਵਣ ਨੇ ਦਿੱਤੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ V24। ਮੈਂ ਦਵਿੰਦਰ ਮੰਡ ਤੇ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੇ ਇੱਕ ਬਾਜ਼ਾਰ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਫੈਸਟੀਵਲ ਸੀਜ਼ਨ ਆ ਰਿਹਾ, ਦੁਸਹਿਰਾ ਆ ਰਿਹਾ, ਦੀਵਾਲੀ ਆ ਰਹੀ ਹੈ। ਦੁਸਹਿਰੇ ਦੇ ਨਾਲ ਗੱਲ ਕਰੀਏ ਕਿ ਇੱਥੇ ਕਾਰੀਗਰ ਜਿਹੜੇ ਨੇ ਕਿ ਰਾਵਣ ਦੇ ਪੁਤਲੇ ਬਣਾ ਰਹੇ ਨੇ, ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨੀਆਂ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਇਸ ਚੀਜ਼ ਦੇ ਵਿੱਚ, ਕਿਉਂਕਿ ਪਿਛਲੇ 2 ਸਾਲ ਦੇ ਵਿੱਚ ਕਰੋਨਾ ਦਾ ਸਮਾਂ ਸੀ। 2 ਸਾਲ ਚੰਗੀ ਤਰ੍ਹਾਂ ਦੁਸਹਿਰਾ ਨਹੀਂ ਮਨਾਇਆ ਗਿਆ ਤੇ ਉਸ ਹਾਲਤ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਗੁਜ਼ਾਰਾ ਕਿਸ ਤਰ੍ਹਾਂ ਕੀਤਾ, ਕਿਉਂਕਿ ਜਿਹੜਾ ਦੁਸਹਿਰਾ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਹੈ ਤੇ ਉਹ ਇਹ ਪੈਸੇ ਕਮਾਉਂਦੇ ਨੇ। ਉਸ ਤੋਂ ਇਲਾਵਾ ਕੀ ਕੰਮ ਕਰਦੇ ਨੇ, ਸਾਰੀ ਗੱਲਬਾਤ ਕਰਾਂਗੇ। ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਜਿਵੇਂ ਮੈਂ ਗੱਲ ਕੀਤੀ ਕਿ ਦੁਸਹਿਰਾ ਜਿਹੜਾ ਆ ਕਿ ਸਾਲ ਦੇ ਵਿੱਚ ਇੱਕ ਵਾਰ ਆਉਂਦਾ ਆ ਤੇ ਤੁਸੀਂ ਰਾਵਣ ਦੇ ਪੁਤਲੇ ਬਣਾਉਂਦੇ ਹੋ, ਮੁਸ਼ਕਲਾਂ ਕਿੰਨੀਆਂ ਕੁ ਆਉਂਦੀਆਂ, ਸਮਾਨ ਕਿੱਥੋਂ ਲੈ ਕੇ ਆਉਂਦੇ, ਸਾਰਾ ਕੁਝ ਦੱਸੋ ਇਸ ਬਾਰੇ, ਸਾਰੀ ਜਿਹੜੀ ਪੂਰੀ ਗੱਲਬਾਤ ਕਰੋ। ਮੁਸ਼ਕਲ ਇਹ ਆਉਂਦੀ ਆ, ਅਸੀਂ ਦੂਰ ਤੋਂ ਜਾ ਕੇ ਗੋਦਾਮਾਂ ਦੇ ਵਿੱਚੋਂ ਸਮਾਨ ਲੈ ਕੇ ਆਈਏ, ਆੜ੍ਹਤੀਆਂ ਕੋਲੋਂ ਜਾ ਕੇ, ਵੱਡੇ ਦੁਕਾਨਦਾਰਾਂ ਕੋਲੋਂ ਸਮਾਨ ਲੈ ਕੇ ਆਈਦਾ। ਹੁਣ ਇੰਨਾ ਪੈਸਾ ਵੀ ਨਹੀਂ ਹੁੰਦਾ ਜਾ ਕੇ ਲੈ ਆਈਏ, ਕਿ ਸਾਨੂੰ ਮੁਸ਼ਕਲ ਹੀ ਮੁਸ਼ਕਲ ਹੈ। ਔਰ ਕੀ ਗਰੀਬ ਆਦਮੀ ਆ, ਔਰ ਕਾਗਜ਼ ਲੈਣ ਜਾਈਏ ਤਾਂ ਵੀ ਕਾਗਜ਼ ਇੰਨਾ ਮਹਿੰਗਾ, ਮਟੀਰੀਅਲ ਸਾਰਾ ਮਹਿੰਗਾ ਹੋ ਗਿਆ ਹੈਗਾ, ਔਰ ਇੰਨਾ ਪਿਛਲੇ ਵਾਂਗੂ ਰੇਟ ਨਹੀਂ ਮਿਲ ਰਿਹਾ। ਇਸ ਵਕਤ ਸਾਡੇ ਨਾਲ ਮੌਜੂਦ ਨੇ ਰਾਜੀਵ ਗੋਰਾ ਜੀ, ਜੋ ਕਿ ਪ੍ਰੈਜ਼ੀਡੈਂਟ ਨੇ, ਤੇ ਨਾਲ ਉਹਨਾਂ ਦੇ ਸਾਥੀ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਲੱਗਦਾ, ਕਿਉਂਕਿ ਅੱਧੇ ਲੋਕਾਂ ਦਾ ਮੰਨਣਾ ਮਹਾਤਮਾ ਰਾਵਣ ਸਹੀ ਸੀ, ਅੱਧਿਆਂ ਦਾ ਮੰਨਣਾ ਗਲਤ ਸੀ, ਅੱਧਿਆਂ ਦਾ ਮੰਨਣਾ ਕਿ ਰਾਮ ਜੀ ਗਲਤ ਸੀ, ਅੱਧਿਆਂ ਦਾ ਮੰਨਣਾ ਕਿ ਸਹੀ ਸੀ, ਤੁਹਾਡੇ ਪੱਖ ਦੇ ਨਾਲ ਕੀ ਲੱਗਦਾ ਕਿ ਕੌਣ ਸਹੀ ਸੀ? ਸਭ ਤੋਂ ਪਹਿਲਾਂ ਸਾਰੀਆਂ ਹੀ ਸੰਗਤਾਂ ਨੂੰ ਜੈ ਵਾਲਮੀਕੀ, ਜੈ ਭੀਮ। ਮੈਂ ਰਾਜੀਵ ਗੋਰਾ, ਪ੍ਰਧਾਨ ਭਗਵਾਨ ਵਾਲਮੀਕ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ। ਜਿਹੜਾ ਕਿ ਇਹ ਦੁਸਹਿਰਾ ਪਰਵ ਇੱਕ ਹਿੰਦੂ ਰੀਤੀ ਰਿਵਾਜ ਦੇ ਨਾਲ ਮਨਾਇਆ ਜਾਂਦਾ ਹੈ। ਜਿਹੜਾ ਕਿ ਦੁਸਹਿਰੇ ਦਾ ਤਿਉਹਾਰ ਆ ਉਹ ਬਿਲਕੁਲ ਗਲਤ ਆ। ਅਸੀਂ ਇੱਕ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ, ਜੇ ਤੁਸੀਂ ਦੁਸਹਿਰਾ ਮਨਾਉਣਾ ਹੀ ਆ, ਜੇ ਪੁਤਲੇ ਫੂਕਣੇ ਹੀ ਆ, ਜਿੰਨੇ ਰੇਪਿਸਟ ਬਾਬੇ ਆ ਆਪਣੇ ਇੰਡੀਆ ਦੇ ਵਿੱਚ, ਜਿਵੇਂ ਕਿ ਰਾਮ ਰਹੀਮ ਹੋ ਗਏ, ਬਾਬੂ ਆਸਾ ਰਾਮ ਹੋ ਗਏ, ਬਾਬਾ ਰਾਮ ਜੀ ਹੋ ਗਏ, ਇਹਨਾਂ ਦੇ ਫੂਕਣੇ ਚਾਹੀਦੇ ਆ, ਕਿਉਂਕਿ ਮਹਾਤਮਾ ਰਾਵਣ ਜੀ ਇੱਕ ਬਹੁਤ ਵੱਡੇ ਮਹਾਨ ਸੀਗੇ। ਇਹਨਾਂ ਨੂੰ ਬਹੁਤ ਗ੍ਰੰਥਾਂ ਦਾ ਗਿਆਨ ਸੀਗਾ ਤੇ ਇੱਕ ਭਗਤ ਸੀਗੇ। ਤਾਂ ਬਿਲਕੁਲ ਇਹਨਾਂ ਦਾ ਅਸੀਂ ਵਿਰੋਧ ਕਰਦੇ ਹਾਂ। ਆ ਜਿਹੜਾ ਕਿ ਬਾਹਮਣ ਰੀਤੀ ਰਿਵਾਜ ਦੇ ਨਾਲ ਆਪਣੇ ਮਹਾਤਮਾ ਰਾਵਣ ਦੇ ਪੁਤਲੇ ਫੂਕਦੇ ਆ, ਇਹ ਬਿਲਕੁਲ ਗਲਤ ਆ। ਜੇ ਕੁਛ ਇਹਨਾਂ ਨੇ ਕੀਤਾ ਵੀ ਆ, ਮਹਾਤਮਾ ਰਾਵਣ ਜੀ ਨੇ ਆਪਣੀ ਭੈਣ ਦੀ ਇੱਜ਼ਤ ਵਾਸਤੇ, ਉਹਨਾਂ ਦੀ ਰੱਖਿਆ ਵਾਸਤੇ ਕੀਤਾ। ਅੱਜ ਦੇ ਦੌਰ ਦੇ ਵਿੱਚ ਜੇ ਦੇਸ਼ ਦੇ ਵਿੱਚ ਹਰ ਘਰ ਦੇ ਵਿੱਚ ਜੇ ਕੋਈ ਪੁੱਤ ਹੋਵੇ ਤਾਂ ਮਹਾਤਮਾ ਰਾਵਣ ਵਰਗਾ ਹੋਵੇ, ਰਾਮ ਵਰਗਾ ਨਾ ਹੋਵੇ। ਜੀ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਕੀ ਕਹਿਣਾ ਚਾਹੋਗੇ, ਜੇ ਤੁਹਾਡੇ ਪੱਖ ਨਾਲ ਕੌਣ ਸਹੀ ਕੌਣ ਗਲਤ? ਸਾਰਿਆਂ ਨੂੰ ਜੈ ਵਾਲਮੀਕੀ ਜੀ, ਹਰ ਹਰ ਵਾਲਮੀਕੀ। ਜੋ ਵੀ ਦੇਖੋ ਸ਼ੁਰੂ ਤੋਂ ਰੀਤੀ ਰਿਵਾਜ ਚੱਲੇ ਆ ਰਹੇ ਹੈ ਤਾਂ ਸੋ ਗਲਤ ਆ। ਇਸ ਪ੍ਰਥਾ ਨੂੰ ਜਿਹੜੀ ਵੀ ਆ ਖਤਮ ਹੋਣਾ ਚਾਹੀਦਾ ਵਾ, ਕਿਉਂਕਿ ਜਿਹੜੇ ਰਾਵਣ ਜੀ ਸੀਗੇ, ਦੇਖਿਆ ਜਾਵੇ ਤਾਂ ਉਹਨਾਂ ਨੇ ਚੰਗੇ ਕੰਮ ਕੀਤੇ, ਜੋ ਵੀ ਸੀ ਆਪਣੀ ਭੈਣ ਨੇ ਬਚਾਉਣ ਵਾਸਤੇ ਹੀ ਉਹਨਾਂ ਨੇ ਕੀਤਾ ਸੀਗਾ ਸਭ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਜੀ ਗੋਰਾ ਭਾਜੀ, ਜੇ ਗੱਲ ਕਰੀਏ ਕਿ ਇੱਕ ਪਾਸੇ ਲੋਕ ਰਾਵਣ ਦਹਨ ਕਰਦੇ ਨੇ, ਦੂਜੇ ਪਾਸੇ ਜਿਹੜੇ ਅਸਤ ਹੁੰਦੇ ਉਹ ਘਰ ਲੈ ਕੇ ਜਾਂਦੇ ਨੇ, ਇੱਕ ਪਾਸੇ ਲੋਕ ਗਲਤ ਵੀ ਕਹਿੰਦੇ ਨੇ, ਦੇਖਣ ਵੀ ਆਉਂਦੇ ਨੇ ਤੇ ਉਹਨਾਂ ਦੇ ਅਸਤ ਵੀ ਘਰੇ ਲੈ ਕੇ ਜਾਂਦੇ ਨੇ, ਕੀ ਕਹਿਣਾ ਚਾਹੋਗੇ? ਜੇ ਮਹਾਤਮਾ ਰਾਵਣ ਇਹਨਾਂ ਨੂੰ ਇੰਨੇ ਗਲਤ ਲੱਗਦੇ ਆ ਤੇ ਜਦੋਂ ਉਹਨਾਂ ਦਾ ਪੁਤਲਾ ਦਹਨ ਕਰਦੇ ਆ, ਉਸ ਤੋਂ ਪਹਿਲਾਂ ਉਹਨਾਂ ਦੀ ਪੂਜਾ ਕਾਹਤੋਂ ਕਰਦੇ ਆ? ਤਾਂ ਉਸ ਪੂਜਾ ਕਰਨ ਤੋਂ ਬਾਅਦ ਜਦੋਂ ਉਹਨਾਂ ਦਾ ਦਹਨ ਹੁੰਦਾ ਵਾ ਜਾਂ ਅਗਨੀ ਉਹਨਾਂ ਨੂੰ ਦਿੰਦੇ ਆ, ਉਸ ਤੋਂ ਬਾਅਦ ਉਹਨਾਂ ਦੇ ਅਸਤ ਚੱਕ ਕੇ ਘਰ ਕਿਉਂ ਰੱਖਦੇ ਆ? ਇਹ ਸਿਰਫ ਇਹਨਾਂ ਨੇ ਆਪਣਾ ਇੱਕ ਉਹ ਬਣਾਏ ਪਏ, ਚੋਚਲੇ ਬਣਾਏ ਪਏ ਆ, ਕੋਈ ਇੱਦਾਂ ਦਾ ਹੈ ਨਹੀਂਗਾ। ਮਹਾਤਮਾ ਰਾਵਣ ਇੱਕ ਬਹੁਤ ਮਹਾਨ ਸ਼ਖਸੀਅਤ ਸੀਗੀ ਔਰ ਹੈਗੇ ਆ। ਜੀ ਜੀ ਬਾਈ ਜੀ, ਤੁਹਾਡਾ ਕੀ ਕਹਿਣਾ ਜੀ ਇਸ ਬਾਰੇ? ਹਾਂਜੀ, ਸਾਰੇ ਵੀਰਾਂ ਨੂੰ ਜੈ ਵਾਲਮੀਕੀ ਜੀ। ਤੇ ਭਾਜੀ, ਜੋ ਆਪਣੇ ਵੱਡੇ ਵੀਰ ਗੋਰੇ ਵੀਰ ਜੀ ਨੇ ਕਿਹਾ ਵਾ ਬਹੁਤ ਸੱਚ ਵਾ, ਤੇ ਅਸੀਂ ਇਹੀ ਕਹਿ ਰਹੇ ਹਾਂ ਕਿ ਜੋ ਰੀਤੀ ਰਿਵਾਜ ਸੀਗੇ, ਠੀਕ ਹੈ, ਉਹੀ ਕੰਮ ਕੀਤੇ ਜਾਣ। ਜੀ ਜੀ, ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੁਸੀਂ ਗੋਰਾ ਭਾਜੀ ਕੀ ਕਹਿਣਾ ਚਾਹੋਗੇ?
ਆਉਣ ਵਾਲੇ ਟਾਈਮ ਲਈ ਮੈਂ ਆਪਣੇ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਪੁਤਲੇ ਫੂਕਣੇ ਬੰਦ ਹੋਣੇ ਚਾਹੀਦੇ। ਇਹਦੇ ਨਾਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਵੱਧ ਰਿਹਾ ਵਾ, ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ, ਬਹੁਤ ਬਿਮਾਰੀਆਂ ਪੈਦਾ ਹੋ ਰਹੀਆਂ ਵਾ। ਕੋਈ ਇਦਾਂ ਦਾ ਨਹੀਂ ਕਰਨਾ ਚਾਹੀਦਾ। ਜੇ ਕਿਸੇ ਨੇ ਆਪਣਾ ਦਿਨ ਤਿਉਹਾਰ ਮਨਾਉਣਾ ਵਾ ਤਾਂ ਆਪਣਾ ਸਾਇਲੈਂਟ ਤੌਰ ਤੇ ਮਨਾਉਣ। ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਹਰਮੇਸ਼ ਮਾਨਵ ਜੀ ਐਡਵੋਕੇਟ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਦੁਸਹਿਰਾ ਹੈ, ਦੁਸਹਿਰੇ ਦਾ ਤਿਉਹਾਰ ਹੈ ਤੇ ਮਹਾਤਮਾ ਰਾਵਣ ਜੀ ਦਾ ਜਿਹੜਾ ਪੁਤਲਾ ਸਾੜਿਆ ਜਾ ਰਿਹਾ, ਕਈ ਲੋਕਾਂ ਵੱਲੋਂ ਉਹਨਾਂ ਦਾ ਵਿਰੋਧ ਹੋ ਰਿਹਾ, ਤੁਹਾਨੂੰ ਕੀ ਲੱਗਦਾ ਇਹ ਜਿਹੜਾ ਵਿਰੋਧ ਸਹੀ ਹੈ ਜਾਂ ਗਲਤ? ਮੇਰੇ ਹਿਸਾਬ ਨਾਲ ਜਿਹੜਾ ਵਿਰੋਧ ਆ ਉਹ ਬਿਲਕੁਲ ਸਹੀ ਹੈਗਾ ਆ। ਉਹਦੇ ਕਈ ਕਾਰਨ ਆ ਜੀ। ਇੱਕ ਤਾਂ ਜਿਹੜਾ ਵਿਗਿਆਨਕ ਕਾਰਨ ਆ, ਵਿਗਿਆਨਕ ਕਾਰਨ ਇਹ ਹੈਗਾ ਵੀ ਇੰਨਾ ਪੋਲਿਊਸ਼ਨ ਫੈਲਦਾ ਹੈਗਾ। ਤੁਸੀਂ ਦੇਖੋ ਵੀ ਭਾਰਤ ਵਿੱਚ ਦੁਸਹਿਰੇ ਵਾਲੇ ਦਿਨ ਕਿੰਨੀਆਂ ਥਾਵਾਂ ਦੇ ਉੱਤੇ ਦੁਸਹਿਰਾ ਜਿਹੜਾ ਹੈਗਾ ਇਹ ਰਾਵਣ ਦਾ ਜਿਹੜਾ ਪੁਤਲਾ ਆ ਉਹ ਸਾੜਿਆ ਜਾਂਦਾ, ਔਰ ਕਿੰਨਾ ਪੋਲਿਊਸ਼ਨ ਹੁੰਦਾ ਹੈਗਾ ਜੀ। ਕਿੰਨਾ ਪੋਲਿਊਸ਼ਨ ਹੁੰਦਾ ਵੀ ਜਿਹੜੀ ਭਾਰਤੀ ਸਰਕਾਰ ਆ ਜੀ, ਉਹ ਪਰਾਲੀ ਦਾ ਤਾਂ ਰੌਲਾ ਪਾਉਂਦੀ ਆ, ਪਰ ਉਹ ਇਹਨਾਂ ਵੱਲ ਨਹੀਂ ਧਿਆਨ ਦਿੰਦੀ ਹੈਗੀ ਵੀ ਇਹ ਜਿਹੜੇ ਪੁਤਲੇ ਜਲਾਏ ਜਾਂਦੇ ਆ ਤੇ ਉਹਨਾਂ ਕਿੰਨਾ ਪੋਲਿਊਸ਼ਨ ਹੁੰਦਾ ਹੈਗਾ। ਨੰਬਰ 2, ਸਾਨੂੰ ਇਹ ਜਿਹੜੇ ਪੁਤਲੇ ਜਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ, ਬਲਕਿ ਨੁਕਸਾਨ ਹੈਗਾ ਆ। ਨੁਕਸਾਨ ਕਿਉਂ? ਵੀ ਜਦੋਂ ਤੁਸੀਂ ਮਹਾਤਮਾ ਰਾਵਣ ਨੂੰ ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਆ ਤਾਂ ਦੇਖੋ ਉਹਨਾਂ ਦੇ ਵਿੱਚ ਇੱਕ ਨੈਤਿਕਤਾ ਆਉਂਦੀ ਆ ਵੀ ਇੱਕ ਜਦੋਂ ਯੁੱਧ ਦੀ ਗੱਲ ਸੀਗੀ, ਉਹਨਾਂ ਨੇ ਆਪਣੇ ਇੱਕ ਦੁਸ਼ਮਣ ਦੀ ਜਿਹੜੀ ਪੱਖ ਦੀ ਜਿਹੜੀ ਔਰਤ ਸੀਗੀ ਉਹਨਾਂ ਨੂੰ ਆਪਣੇ ਕਬਜ਼ੇ 'ਚ ਲਿਆ, ਪਰ ਉਹਨਾਂ ਨੇ ਇੱਕ ਜਿੱਦਾਂ ਮਹਾਨਾਇਕਾ ਵਾਂਗੂ ਉਸ ਔਰਤ ਨੂੰ ਕੁਝ ਕਿਹਾ ਨਹੀਂ। ਉਹਨਾਂ ਨੇ ਉਸ ਔਰਤ ਨੂੰ ਕੁਝ ਕਿਹਾ ਨਹੀਂ ਹੈ। ਤਾਂ ਉਹਨਾਂ ਨੇ ਰਾਵਣ ਜੀ ਨੇ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਵੀ ਜਿਹੜਾ ਆਪਾਂ ਇਹ ਕਹੀਏ ਬਈ ਉਹ ਇੱਕ ਇਨਸਾਨੀਅਤ ਦੇ ਖਿਲਾਫ ਹੋਵੇ। ਠੀਕ ਹੈ। ਤੇ ਇਸ ਕਰਕੇ ਅਸੀਂ ਇਹ ਜਿਹੜਾ ਪੁਤਲੇ ਜਿਹੜੇ ਜਲਾਉਂਦੇ ਹੈਗੇ ਆ, ਇਹ ਬਿਲਕੁਲ ਹੀ ਧਾਰਮਿਕ ਪੱਖੋਂ, ਨੈਤਿਕ ਪੱਖੋਂ, ਵਿਗਿਆਨਕ ਪੱਖੋਂ ਬਿਲਕੁਲ ਜਿਹੜੀ ਹੈਗੀ ਆ ਉਹ ਗਲਤ ਗੱਲ ਹੈਗੀ ਆ। ਔਰ ਮੈਂ ਜਿਹੜੇ ਸਾਡਾ ਬਹੁਜਨ ਸਮਾਜ ਆ, ਬਹੁਜਨ ਸਮਾਜ ਤੋਂ ਇਲਾਵਾ ਵੀ ਜਿਹੜੇ ਹੋਰ ਵੀ ਸਮਾਜ ਦੇ ਲੋਕ ਆ, ਪੜ੍ਹੇ ਲਿਖੇ ਲੋਕ ਆ, ਬੱਚੇ ਆ, ਸਾਡੀਆਂ ਬੇਟੀਆਂ ਆ, ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਇੱਕ ਵਿਗਿਆਨਕ ਨਜ਼ਰੀਏ ਤੋਂ ਵੀ ਸੋਚੋ ਵੀ ਆਪਾਂ ਇਹ ਜਿਹੜੇ ਪੁਤਲੇ ਜਲਾਉਂਦੇ ਆ ਇਹ ਆਪਾਂ ਬਿਲਕੁਲ ਗਲਤ ਕੰਮ ਕਰਦੇ ਆ। ਨਾ ਇਹ ਵਿਗਿਆਨਕ ਪੱਖੋਂ ਠੀਕ ਆ, ਨਾ ਇਹ ਨੈਤਿਕ ਪੱਖੋਂ ਠੀਕ ਹੈਗਾ ਆ, ਨਾ ਇਹ ਧਾਰਮਿਕ ਪੱਖੋਂ ਠੀਕ ਹੈਗਾ ਆ। ਤਾਂ ਇਹਦੇ ਬਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੁਣਾਂ ਨੇ ਰਾਮ ਬਾਰੇ ਔਰ ਕ੍ਰਿਸ਼ਨ ਬਾਰੇ ਜਿਹੜਾ ਉਹਨਾਂ ਨੇ ਲਿਖਿਆ ਹੈਗਾ ਆ, ਤੇ ਰਿਲੀਜਨ ਹਿੰਦੂਇਜ਼ਮ, ਤੇ ਉਹ ਵੀ ਸਾਨੂੰ ਪੜ੍ਹ ਕੇ ਜਿਹੜਾ ਸਹੀ ਰਸਤੇ ਦੇ ਉੱਤੇ ਚੱਲਣਾ ਚਾਹੀਦਾ ਆ, ਤਾਂ ਫਿਰ ਹੀ ਸਾਡਾ ਸਮਾਜ ਜਿਹੜਾ ਤਰੱਕੀ ਕਰ ਸਕਦਾ। ਤੇ ਮੈਂ ਵੀ ਨਿੱਜੀ ਤੌਰ ਤੇ ਤਾਂ ਹੀ ਤਰੱਕੀ ਕੀਤੀ ਆ ਵੀ ਅਸੀਂ ਵੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਇੱਕ ਨੈਤਿਕ ਔਰ ਵਿਗਿਆਨਕ ਜਿਹੜਾ ਮਿਸ਼ਨ ਸੀ ਉਹਨੂੰ ਫੋਲੋ ਕੀਤਾ ਹੈਗਾ ਆ ਔਰ ਕਰ ਰਹੇ ਹੈਗੇ ਆ। ਜੀ, ਸਵਾਲ ਇਹ ਸੀ ਕਿ ਜਿਵੇਂ ਅੱਜ ਕੱਲ੍ਹ ਕਹਿ ਰਹੇ ਨੇ ਲੋਕ, ਪਿਛਲੇ 2-3 ਸਾਲ ਤੋਂ ਇਹ ਚੱਲੀ ਆ ਰਹੀ ਹੈ, ਕਹਿ ਰਹੇ ਨੇ ਕਿ ਰਾਵਣ ਨੇ ਸਿਰਫ ਆਪਣੀ ਭੈਣ ਦਾ ਬਦਲਾ ਲਿਆ ਸੀਗਾ, ਇਸ ਤੋਂ ਇਲਾਵਾ ਕੁਝ ਨਹੀਂ। ਹਾਂ, ਬਿਲਕੁਲ ਠੀਕ ਹੈ ਗੱਲ। ਇਹ ਜਿੱਦਾਂ ਮੈਂ ਦੇਖੋ ਜਿਹੜਾ ਰਾਜਾ ਆ, ਦੇਖੋ ਰਾਜਾ ਜਿਹੜਾ ਆ, ਰਾਜੇ ਨੇ ਰਾਜੇ ਵਾਲੇ ਕੰਮ ਕਰਨੇ ਆ। ਰਾਜਿਆਂ ਨੇ ਜੇ ਰਾਜੇ ਨੂੰ ਹੁਣ ਯੁੱਧ ਕਰਨਾ ਪਿਆ ਤੇ ਉਹ ਰਾਜੇ ਨੂੰ ਯੁੱਧ ਕਰਨਾ ਪਊਗਾ। ਠੀਕ ਹੈ। ਜਿੱਦਾਂ ਹੁਣ ਬਾਬਾ ਸਾਹਿਬ ਅੰਬੇਡਕਰ ਨੇ ਬੁੱਧ ਐਂਡ ਦਮ ਦੇ ਵਿੱਚ ਬੁੱਧ ਨੂੰ ਕੋਟ ਕੀਤਾ ਆ, ਉਹ ਕਹਿੰਦੇ ਜਦੋਂ ਫਰਜ਼ ਕਰੋ ਵੀ ਤੁਹਾਡੇ ਉੱਤੇ ਤੁਹਾਡੇ ਉੱਤੇ ਹਮਲਾ ਹੋ ਗਿਆ, ਭਿਕਸ਼ੂਆਂ ਨੂੰ ਕਿਹਾ, ਤੇ ਤੁਸੀਂ ਉਹਦਾ ਜਵਾਬ ਦਿਓ। ਤੁਸੀਂ ਜਵਾਬ ਦੇਣਾ ਆ। ਤੁਸੀਂ ਇਹ ਥੋੜ੍ਹਾ ਕਹਿਣਾ ਵੀ ਮੈਂ ਅਹਿੰਸਾਵਾਦੀ ਆ ਤੇ ਮੈਂ ਨਹੀਂ ਜਵਾਬ ਦੇਣਾ ਹੈਗਾ, ਲੜਾਈ ਦਾ ਜਵਾਬ ਦੇਣਾ ਹੈਗਾ ਆ। ਤੇ ਜਿਹੜਾ ਰਾਜਾ ਆ, ਰਾਜੇ ਨੇ ਹੁਣ ਆਪਣਾ ਜਿਹੜੇ ਢੰਗ ਤਰੀਕੇ ਉਹਨੂੰ ਵਰਤਣੇ ਹੈਗੇ ਆ, ਪਰ ਫਿਰ ਵੀ ਮਹਾਤਮਾ ਰਾਵਣ ਜੀ ਨੇ ਕੋਈ ਗਲਤ ਕੰਮ ਨਹੀਂ ਕੀਤਾ। ਵੀ ਸਾਰਿਆਂ ਤੋਂ ਵੱਡੀ ਗੱਲ ਇਹ ਆ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ, ਕਿ ਇਹਨਾਂ ਧੋਖਾ ਨਹੀਂ ਕੀਤਾ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਧੰਨਵਾਦ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਰਿੰਦਰ ਜੀ, ਜੋ ਕਿ ਸਮਾਜ ਸੇਵਕ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਸਵਾਲ ਫਿਰ ਉਹੀ ਜੀ ਕਿ ਅੱਜ ਕੱਲ੍ਹ ਕੀ ਆ ਕਿ ਰਾਵਣ ਦੇ ਪੁਤਲੇ ਦਾ ਵਿਰੋਧ ਹੋ ਰਿਹਾ ਆ ਕਿ ਰਾਵਣ ਦਾ ਪੁਤਲਾ ਜਿਹੜਾ ਨਹੀਂ ਜਲਾਉਣਾ ਚਾਹੀਦਾ, ਕੀ ਕਾਰਨ ਹੈ, ਕਿਉਂ ਨਹੀਂ ਜਲਾਉਣਾ ਚਾਹੀਦਾ? ਸਰ, ਇਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਾਰਿਆਂ ਨੂੰ ਨਮਸਕਾਰ ਜੀ। ਰਾਵਣ, ਮਹਾਤਮਾ ਰਾਵਣ ਕਿਹਾ ਗਿਆ ਉਹਨਾਂ ਨੂੰ ਜੀ, ਤੇ ਮਹਾਤਮਾ ਦਾ ਪੁਤਲਾ ਜਲਾਉਣਾ ਵੈਸੇ ਹੀ ਠੀਕ ਨਹੀਂ ਹੈ ਜੀ, ਕਿਉਂਕਿ ਜੇਕਰ ਅਸੀਂ ਦੇਖਦੇ ਹਾਂ, ਜਦੋਂ ਦੇਖਦੇ ਅਸੀਂ ਕਿ ਉਹਨਾਂ ਨੂੰ ਕਿੰਨੇ ਵੇਦਾਂ ਦਾ ਗਿਆਨ ਸੀ। ਬਿਲਕੁਲ। ਤੋ ਉਸ ਅਨੁਸਾਰ ਅਸੀਂ ਜੇ ਪੁਤਲਾ ਜਲਾਉਂਦੇ ਆ ਤਾਂ ਸਮਝ ਲਓ ਅਸੀਂ ਆਪਣੇ ਗਿਆਨ ਨੂੰ ਜਲਾ ਦਿੰਦੇ ਆ ਜੀ। ਜਿਨ੍ਹਾਂ ਦੀ ਬੁੱਧੀ ਨਹੀਂ, ਉਹ ਸੋਚਦੇ ਨਹੀਂ। ਉਹਨਾਂ ਨੂੰ ਇਹ ਸੋਚਣਾ ਚਾਹੀਦਾ
ਕਿ ਜੇ ਉਹਨਾਂ ਨੇ ਮਤਲਬ ਆਮ ਤੌਰ ਤੇ ਜੇ ਅਸੀਂ ਦੇਖਦੇ ਹਾਂ ਜਿੱਦਾਂ ਅਸੀਂ ਕਈ ਵਾਰੀ ਨਾਟਕਾਂ 'ਚ ਦੇਖਦੇ ਆ ਜਾਂ ਵੇਦਾਂ ਦੇ ਅਨੁਸਾਰ ਹੀ ਆਪਾਂ ਗੱਲ ਕਰ ਲੈਂਦੇ ਆ, ਵੇਦਾਂ ਦੇ ਅਨੁਸਾਰ ਹੀ ਉਹਨਾਂ ਨੂੰ 10 ਸਿਰਾਂ ਜਿੰਨਾ ਗਿਆਨ ਸੀ ਜੀ। ਤੋ ਜੇ ਇੰਨਾ ਗਿਆਨ ਸੀ ਤੇ ਫਿਰ ਅਸੀਂ ਉਹਨਾਂ ਦੀ ਬੇਅਦਬੀ ਕਰਨੀ ਸਾਡੀ ਮੂਰਖਤਾ ਹੈ। ਤੋ ਅੱਛਾ, ਜਿਸ ਸਮੇਂ ਅਸੀਂ ਉਹਨਾਂ ਦਾ ਪੁਤਲਾ ਜਲਾਉਂਦੇ ਆ, ਜਿੱਦਾਂ ਅੱਜ ਕੱਲ੍ਹ ਜਲਾਇਆ ਜਾਣਾ ਅਕਤੂਬਰ ਦੇ ਮਹੀਨੇ ਵਿੱਚ ਜਲਾਇਆ ਜਾਂਦਾ ਆ, ਤੇ ਇਸ ਸਮੇਂ ਅਨੁਸਾਰ ਹਿੰਦੂ ਧਰਮਾਂ ਦੇ ਅਨੁਸਾਰ ਹੀ ਜੈਨ ਧਰਮ, ਖਾਸ ਕਰ ਜੈਨ ਧਰਮ ਦੇ ਅਨੁਸਾਰ ਹੀ ਉਹਨਾਂ ਦਾ ਕਹਿਣਾ ਹੈ ਕਿ ਜੀਵ ਜੰਤੂ ਬਹੁਤ ਜ਼ਿਆਦਾ ਜਨਮ ਲੈਂਦੇ ਆ, ਤੇ ਜਦੋਂ ਅਸੀਂ ਪੁਤਲਾ ਜਲਾਉਂਦੇ ਆ ਜੀਵ ਜੰਤੂ ਮਰ ਜਾਂਦੇ ਆ, ਲੂਹ ਹੋ ਜਾਂਦੇ ਆ। ਤੋ ਇਹ ਬਹੁਤ ਵੱਡਾ ਪਾਪ ਹੈ। ਤੇ ਦੂਸਰਾ ਇਹ ਦੇਖਿਆ ਜਾਵੇ ਕਿ ਜੇ ਮਾਨਵਤਾ ਦੇ ਖਿਲਾਫ ਆ, ਮਾਨਵਤਾ ਦੇ ਖਿਲਾਫ ਇਦਾਂ ਆ ਕਿ ਜਿਹੜਾ ਜਿਹਦੇ ਕਰਕੇ ਲੋਕ ਉਹਨੂੰ ਦੋਸ਼ੀ ਠਹਿਰਾਉਂਦੇ ਆ, ਉਹਦੇ ਉਸ ਮਾਮਲੇ ਵਿੱਚ ਉਹ ਬਿਲਕੁਲ ਦੋਸ਼ੀ ਨਹੀਂ ਹੈਗਾ। ਜੀ ਮੈਂ ਇਹੀ ਸਵਾਲ ਕਰਨ ਲੱਗਾ ਸੀ, ਕਈ ਲੋਕਾਂ ਦਾ ਮੰਨਣਾ ਹੈ ਕਿ ਰਾਮ ਜੀ ਸਹੀ ਸੀ, ਕਈ ਲੋਕਾਂ ਦਾ ਅੱਜ ਕੱਲ੍ਹ ਮੰਨਣਾ ਹੈ ਕਿ ਰਾਵਣ ਜੀ ਸਹੀ ਸੀ। ਤੁਹਾਨੂੰ ਕੀ ਲੱਗਦਾ ਕਿ ਕੌਣ ਸਹੀ ਕੌਣ ਗਲਤ? ਰਾਵਣ ਮਹਾਤਮਾ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਸੀ। ਆਪਣੇ ਪਰਿਵਾਰ ਦੀ ਰੱਖਿਆ ਕਰਨਾ ਹਰ ਬੰਦੇ ਦਾ ਫਰਜ਼ ਹੈ, ਇਨਸਾਨ ਹੈ, ਔਰ ਔਰਤ ਦੀ ਇੱਜ਼ਤ ਕਰਨੀ ਵੀ ਸਾਨੂੰ ਮਹਾਤਮਾ ਰਾਵਣ ਨੇ ਹੀ ਸਿਖਾਈ ਹੈ। ਦੂਸਰੇ ਪਾਸੇ ਅਗਰ ਦੇਖਦੇ ਹਾਂ ਤਾਂ ਔਰਤ ਦੀ ਬੇਅਦਬੀ ਕੀਤੀ ਜਾਂਦੀ ਆ। ਰਾਵਣ ਦੇ ਰਾਜ ਦੇ ਵਿੱਚ ਔਰਤ ਦੀ ਬਿਲਕੁਲ ਬੇਅਦਬੀ ਨਹੀਂ ਸੀ, ਔਰ ਉਹਨਾਂ ਨੂੰ ਔਰਤ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਸੀ। ਹਰ ਤਰ੍ਹਾਂ ਦੇ ਔਰਤ ਦਾ ਸਨਮਾਨ ਕੀਤਾ ਜਾਂਦਾ ਸੀਗਾ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਗਰਭਵਤੀ ਔਰਤ ਨੂੰ ਘਰ ਤੋਂ ਕੱਢ ਦੇਣਾ ਸਭ ਤੋਂ ਵੱਡਾ ਪਾਪ ਹੈ ਜੀ। ਜੇਕਰ ਅਸੀਂ ਆਪਣੇ ਈਸ਼ਵਰ ਨੂੰ ਈਸ਼ਟ ਮੰਨ ਕੇ ਚੱਲਦੇ ਹਾਂ ਤਾਂ ਉਸ ਸਮੇਂ ਮਤਲਬ ਜਦ ਔਰਤ ਇੱਕ ਗਰਭ ਠਹਿਰ ਜਾਂਦਾ ਤੇ ਉਹ ਈਸ਼ਵਰ ਦਾ ਰੂਪ ਹੁੰਦੀ, ਕਿਉਂਕਿ ਉਹ ਪ੍ਰਕਿਰਤੀ ਨੂੰ ਅੱਗੇ ਵਧਾਉਣ ਦਾ ਕੰਮ ਕਰਦੀ ਹੈ। ਜਿਹੜਾ ਵੀ ਜੀਵ ਜੰਤੂ ਹੋਵੇ ਅੱਗੇ ਵਧਾਉਣ ਦਾ ਕੰਮ ਕਰਦਾ, ਉਹ ਈਸ਼ਵਰ ਦਾ ਰੂਪ ਹੁੰਦਾ ਹੈ। ਤਾਂ ਉਸ ਸਮੇਂ ਦੇ ਵਿੱਚ ਉਹਨੂੰ ਬਾਹਰ ਕੱਢ ਦੇਣਾ ਇਹ ਠੀਕ ਨਹੀਂ ਹੈ। ਤਾਂ ਇਹ ਤੁਸੀਂ ਦੇਖੋ ਕਿ ਮਹਾਤਮਾ ਰਾਵਣ ਨੇ ਉਹਨਾਂ ਨੂੰ ਕਿੰਨੀ ਰਿਸਪੈਕਟ ਦਿੱਤੀ ਸੀਤਾ ਮਈਆ ਨੂੰ, ਔਰ ਆਪਣੇ ਖਾਸ ਜੋ ਅਸ਼ੋਕ ਵਾਟਿਕਾ ਦੇ ਨਾਲ ਮਸ਼ਹੂਰ ਸੀ, ਔਰ ਉੱਥੇ ਬਹੁਤ ਤਰ੍ਹਾਂ ਦਾ ਫਲ ਫਰੂਟ ਸੀ। ਆਮ ਤੌਰ ਤੇ ਅਸੀਂ ਜੋ ਦੇਖਿਆ ਆ ਸੁਣਿਆ ਆ, ਔਰ ਉਹ ਉੱਥੇ ਸੀ, ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਸੀ। ਔਰ ਜਿਸ ਏਰੀਏ ਦੇ ਵਿੱਚ ਸੀਤਾ ਮਈਆ ਨੂੰ ਰੱਖਿਆ ਗਿਆ ਸੀ ਉੱਥੇ ਕਿਸੇ ਹੋਰ ਮਰਦ ਦਾ ਜਾਣਾ ਅਲਾਉਡ ਨਹੀਂ ਸੀਗਾ। ਤਾਂ ਇੰਨੀ ਰਿਸਪੈਕਟ ਦਿੱਤੀ ਗਈ ਸੀਗੀ। ਤੇ ਜੇ ਹੋਰ ਤੇ ਅਸੀਂ ਜੇ ਜਾਣੀਏ ਤਾਂ ਮਹਾਤਮਾ ਰਾਵਣ ਨੂੰ ਮਹਾਰਿਸ਼ੀ ਵਾਲਮੀਕ ਨੇ ਵੀ ਮਹਾਤਮਾ ਦਾ ਦਰਜਾ ਦਿੱਤਾ ਹੋਇਆ ਹੈ, ਤੇ ਹੋਰ ਵੀ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਨੇ ਵੀ ਉਹਨਾਂ ਨੂੰ ਮਹਾਤਮਾ ਦਾ ਦਰਜਾ ਦਿੱਤਾ, ਗਿਆਨ ਦਾ ਭੰਡਾਰ ਦਿੱਤਾ ਹੋਇਆ ਹੈ। ਕਿਹਾ ਜਾਂਦਾ ਕਿ ਉਹਨਾਂ ਨੇ ਕਈ ਜਿੱਦਾਂ ਕਹਿੰਦੇ ਕਿ ਸਮੇਂ ਨੂੰ ਬੰਦ ਲਿਆ ਸੀਗਾ। ਬਿਲਕੁਲ। ਤਾਂ ਜੇ ਉਹਨੂੰ ਇੰਨਾ ਗਿਆਨ ਸੀ ਤੇ ਅਸੀਂ ਉਹਦੇ ਪੁਤਲੇ ਜਲਾ ਕੇ ਅਸੀਂ ਆਪਣੀ ਬੇਵਕੂਫੀ ਦਰਸਾ ਰਹੇ ਹਾਂ ਜੀ। ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਕੀਤੀ ਜਾਵੇ, ਜਾਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ, ਸਰਕਾਰਾਂ ਨੂੰ ਇਹ ਰੋਕ ਲਗਾਉਣੀ ਚਾਹੀਦੀ ਆ। ਦੇਖੋ, ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਭਾਰਤ ਜੰਮੂ ਕਸ਼ਮੀਰ ਕੰਨਿਆ ਤੋਂ ਕਿੱਥੋਂ ਲੈ ਕੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੱਕ ਆ, ਤੇ ਜੇ ਇੱਕ ਆ ਤੇ ਭਾਰਤ ਦੇ ਲੋਕਾਂ ਦਾ ਕੁਝ ਲੋਕਾਂ ਦਾ ਮਤਲਬ ਭਾਵਨਾਵਾਂ ਦਾ ਸਤਿਕਾਰ ਕਰਕੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਈ ਜਾਂਦੀ ਆ? ਅਸੀਂ ਦੇਖਦੇ ਹਾਂ ਕਿ ਉੱਤਰ ਭਾਰਤ ਦੇ ਲੋਕ ਉਧਰਲੇ ਕਰਨਾਟਕਾ ਵੱਲ ਦੇ ਲੋਕਾਂ ਦਾ ਸਤਿਕਾਰ ਨਹੀਂ ਕਰਦੇ। ਉਹ ਮਹਾਤਮਾ ਰਾਵਣ ਨੂੰ ਚੰਗੀ ਤਰ੍ਹਾਂ ਪੂਜਦੇ ਆ ਔਰ ਉਹਨਾਂ ਦੇ ਪੂਜਣ ਯੋਗ ਹੈ। ਤਾਂ ਸਾਨੂੰ ਸਾਰਿਆਂ ਦੇ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ। ਜ਼ਰੂਰੀ ਨਹੀਂ ਹੈ ਕਿ ਅਸੀਂ ਅੱਜ ਤੱਕ ਕਿੰਨੇ ਯੁੱਧ ਹੋਏ ਆ। ਜੇ ਅਸੀਂ ਦੇਖਿਆ ਜਾਵੇ ਤਾਂ ਜੇ ਹਰੇਕ ਅਸੀਂ ਯੁੱਧ ਦੇ ਵਿੱਚ ਹਾਰੇ ਹੋਏ ਦਾ ਅਸੀਂ ਪੁਤਲੇ ਜਲਾਉਣ ਲੱਗ ਜਾਈਏ ਤਾਂ ਅਸੀਂ ਰੋਜ਼ ਹੀ ਪੁਤਲੇ ਜਲਾਉਣ ਲੱਗ ਜਾਈਏ। ਇੰਨੇ ਅੱਜ ਤੱਕ ਯੁੱਧ ਹੋਏ ਆ। ਫਿਰ ਯੁੱਧ ਦੇ ਵਿੱਚ ਹਾਰ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਆਪਣੇ ਆਪ ਨੂੰ ਆਪਣੇ ਕਾਇਮ ਰੱਖਣਾ, ਆਪਣੇ ਅਸੂਲਾਂ ਨੂੰ ਕਾਇਮ ਰੱਖਣਾ ਬਹੁਤ ਵੱਡੀ ਗੱਲ ਹੈਗੀ ਆ। ਮਹਾਤਮਾ ਰਾਵਣ ਨੇ ਆਪਣੇ ਅਸੂਲਾਂ ਨੂੰ ਕਾਇਮ ਰੱਖਿਆ ਔਰ ਕਿਸੇ ਨੂੰ ਨਾ ਧੋਖਾ ਦੇ ਕੇ ਆਪਣੇ ਯੁੱਧ ਦੇ ਵਿੱਚ ਲੜਿਆ। ਜੇ ਉਹ ਯੁੱਧ ਦੇ ਵਿੱਚ ਮਾਰਿਆ ਗਿਆ ਵੀ ਉਹ ਧੋਖੇ ਦੇ ਨਾਲ ਮਾਰਿਆ ਗਿਆ ਆ, ਔਰ ਧੋਖੇ ਦੇ ਨਾਲ ਮਾਰਿਆ ਬੰਦਾ ਕਦੇ ਮਰਦਾ ਨਹੀਂ, ਉਹ ਹਮੇਸ਼ਾ ਜੀਵਿਤ ਹੁੰਦਾ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਬਿਸ਼ਨ ਦਾਸ ਸਹੋਤਾ ਜੀ ਜੋ
ਜੋ ਕਿ ਸਮਾਜ ਸੇਵਕ ਨੇ ਸਾਡੇ ਨਾਲ ਜੁੜ ਚੁੱਕੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਦੁਸਹਿਰੇ ਦਾ ਤਿਉਹਾਰ ਆ ਰਿਹਾ ਆ ਤੇ ਦੁਸਹਿਰੇ ਦੇ ਤਿਉਹਾਰ ਤੇ ਹਰ ਵਾਰ ਰਾਵਣ ਜੀ ਦੇ ਪੁਤਲੇ ਜਲਾਏ ਜਾਂਦੇ ਨੇ ਤੇ ਕਈ ਲੋਕਾਂ ਦਾ ਕਹਿਣਾ ਕਿ ਇਹ ਗਲਤ ਹੈ, ਕਈ ਲੋਕਾਂ ਦਾ ਕਹਿਣਾ ਕਿ ਸਹੀ ਹੈ। ਤੁਹਾਡੇ ਮੁਤਾਬਕ ਕੀ ਇਹ ਸਹੀ ਹੈ ਜਾਂ ਗਲਤ ਹੈ? ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਨੇ ਰਾਮਾਇਣ ਦੇ ਵਿੱਚ ਮਹਾਤਮਾ ਰਾਵਣ ਲਿਖਿਆ ਜੀ। ਮਹਾਤਮਾ ਰਾਵਣ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਨ੍ਹਾਂ ਦੀ ਮਹਾਨ ਆਤਮਾ ਹੋਵੇ। ਜੀ। ਉਹਨਾਂ ਨੇ ਬਕਾਇਦਾ ਇਨਸਾਨ ਦੇ ਵਿੱਚ ਜਿਹੜੇ ਜੱਗ ਹੋ ਰਹੇ ਇਹਨਾਂ ਨੂੰ ਪੂਰਾ ਭੰਗ ਕੀਤਾ ਕਿ ਮੇਰਾ ਸਮਾਜ ਭੁੱਖਾ ਮਰ ਰਿਹਾ ਹੈ ਔਰ ਤੁਸੀਂ ਇਹਨੂੰ ਜਲਾ ਰਹੇ ਹੋ, ਅਨਾਜ ਨੂੰ ਜਲਾ ਰਹੇ ਆ, ਜਿਹੜਾ ਸਮਾਜ ਉਹ ਤਾਂ ਭੁੱਖਾ ਮਰ ਰਿਹਾ। ਮਹਾਤਮਾ ਰਾਵਣ ਜੀ ਇੱਕ ਐਸੇ ਹੋਏ ਆ ਕਿ ਜਿਨ੍ਹਾਂ ਨੇ ਦਵਾਈਆਂ ਦਾ ਇੰਤਜ਼ਾਮ ਕੀਤਾ। ਵਾਹ। ਜਿਹੜੀ ਦਵਾਈ ਹੈ ਨਾ, ਇਹ ਵੀ ਮਹਾਤਮਾ ਰਾਵਣ ਨੇ ਦਿੱਤੀ ਹੈ। ਸਾਰਾ ਜੋ ਸਮਾਨਤਾ ਬਰਾਬਰਤਾ ਔਰਤਾਂ ਨੂੰ ਉਹ ਮਹਾਤਮਾ ਰਾਵਣ ਨੇ ਦਿੱਤੀ ਹੈ। ਜੀ। ਜਿਸ ਟਾਈਮ ਮਾਤਾ ਸੀਤਾ ਅਸ਼ੋਕ ਵਾਟਕਾ ਦੇ ਵਿੱਚ ਰਹਿ ਰਹੀ ਸੀ ਉੱਥੇ ਵੀ ਬਕਾਇਦਾ ਔਰਤਾਂ ਦਾ ਪੈਰਾ ਸੀ, ਕੋਈ ਪੁਲਿਸ ਵਾਲੀ ਨਹੀਂ ਸੀ ਹੁੰਦਾ। ਐਡਾ ਵੱਡਾ ਸਨਮਾਨ ਸੀ ਅਸ਼ੋਕ ਵਾਟਕਾ ਦੇ ਵਿੱਚ। ਅੱਜ ਜਿਹੜਾ ਮਹਾਤਮਾ ਰਾਵਣ ਨੂੰ ਜਲਾਇਆ ਜਾਂਦਾ ਉਹਦੇ ਨਾਲ ਪ੍ਰਦੂਸ਼ਣ ਕਿੰਨਾ ਫੈਲ ਰਿਹਾ ਹੈ। ਬਿਲਕੁਲ। ਤੁਸੀਂ ਇਤਿਹਾਸ ਦੇਖੋ ਕਿ ਜੋ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਸੀਗੇ, ਉਹ ਅੰਗਰੇਜ਼ਾਂ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹਨਾਂ ਦੇ ਪੁਤਲੇ ਲਾਉਂਦੇ ਸੀ। ਅੱਜ ਤਾਂ ਸਾਨੂੰ ਪੁਤਲੇ ਲਾਉਣੇ ਕਿ ਜਿਹੜਾ ਭ੍ਰਿਸ਼ਟਾਚਾਰ ਆ, ਜਿਹੜੇ MLA MP ਜਿਨ੍ਹਾਂ ਤੇ ਬਲਤਕਾਰ ਦੇ ਕੇਸ ਚੱਲਦੇ ਆ, ਜਿਨ੍ਹਾਂ ਦੇ ਉੱਤੇ ਕਰੋੜਾਂ ਰੁਪਇਆਂ ਦਾ ਜ਼ਬਤ ਕੀਤਾ ਸਮਾਜ ਦਾ, ਗਰੀਬਾਂ ਦਾ, ਉਹਨਾਂ ਦੇ ਪੁਤਲੇ ਚਲਾਉਣੇ ਚਾਹੀਦੇ ਆ। ਬਿਲਕੁਲ। ਕਿਉਂਕਿ ਅਸੀਂ ਭਗਤ ਸਿੰਘ ਦੀ ਵਿਚਾਰ ਜਿਹੜਾ ਨਹੀਂ ਲੈ ਨਹੀਂ ਸਕੇ। ਭਗਤ ਸਿੰਘ ਨੇ ਕਿਹਾ ਸੀ ਗੋਰੇ ਤਾਂ ਚੱਲੇ ਆ ਪਰ ਕਾਲੇ ਉਹਨਾਂ ਨਾਲੋਂ ਖਤਰਨਾਕ ਆ ਜਾਣਗੇ। ਬਿਲਕੁਲ। ਅੱਜ ਗਰੀਬ ਦੇਖ ਲਓ ਕਿ ਜਿਹਨੂੰ ਅੰਨਦਾਤਾ ਕਹਿ ਰਹੇ ਸੀਗੇ। ਪ੍ਰਧਾਨ ਮੰਤਰੀ ਸ਼ਾਸਤਰੀ ਜੀ ਨੇ ਕਿਹਾ ਜੈ ਜਵਾਨ ਜੈ ਕਿਸਾਨ। ਅੱਜ ਕਿਸਾਨਾਂ ਦੇ ਉੱਤੇ ਗੱਡੀਆਂ ਚੜ੍ਹ ਰਹੀਆਂ, ਅੱਜ ਮਾਰੇ ਜਾ ਰਹੇ ਆ, ਕਾਹਦੀ ਜੈ ਹੋ ਰਹੀ ਆ ਜੀ। ਇਸ ਕਰਕੇ ਜ਼ਿਆਦਾ ਨਾ ਮੈਂ ਕਹਿੰਦਾ ਇਹ ਬੇਨਤੀ ਕਰਨਾ ਕਿ ਅੱਜ ਸਮਾਜ ਨੂੰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਨੇ ਜਿਹੜੇ ਪਖੰਡਾਂ ਤੋਂ ਸਾਨੂੰ ਦੂਰ ਰੱਖਿਆ, ਅੱਜ ਸਾਰੇ ਪਖੰਡ ਫੇਰ ਆ ਗਏ ਜੀ। ਅੱਜ ਸਾਰੇ ਪਖੰਡਾ ਹੋਏ ਜੀ। ਉਹਨਾਂ ਨੇ ਇਹ ਕਿਹਾ ਜਨਨੀ ਔਰ ਜਨਮ ਭੂਮੀ ਸਵਰਗ ਸੇ बढ़कर ਹੈ। ਮਾਤਾ ਸੀਤਾ ਨੂੰ ਆਸਰਾ ਦਿੱਤਾ, ਜਿਹੜਾ ਮਾਤਾ ਸੀਤਾ ਨੂੰ ਦਿੱਤਾ, ਲਵਕੁਸ਼ ਨੂੰ ਵਿਦਿਆ ਸੰਗੀਤ ਦਿੱਤੀ। ਅੱਜ ਭਗਵਾਨ ਵਾਲਮੀਕੀ ਮੰਦਿਰਾਂ ਦੇ ਵਿੱਚ, ਕਿਤੇ ਮੈਂ ਕੱਲ੍ਹ ਵੀ ਬੋਲ ਰਿਹਾ ਸੀਗਾ ਕਿ 33 ਕਰੋੜ ਦੇਵੀ ਦੇਵਤਾ ਆ ਦੇਵੀ ਤਲਾਬ ਮੰਦਿਰ ਦੇ ਵਿੱਚ, ਉਹਦੇ ਵਿੱਚ ਭਗਵਾਨ ਵਾਲਮੀਕੀ ਦੀ ਤਸਵੀਰ ਹੈ ਨਹੀਂ, ਲਵਕੁਸ਼ ਦੀ ਹੈ ਨਹੀਂ। ਕਿਆ ਕਿ ਲਵਕੁਸ਼ ਰਾਮ ਦੇ ਬੱਚੇ ਨਹੀਂਗੇ, ਇਹ ਹੋਣਾ ਚਾਹੀਦਾ। ਇਹ ਹੈ ਕਿਉਂ ਨਹੀਂ? ਕੋਈ ਨਾ ਕੋਈ ਸਾਡੇ ਨਾਲ ਵਿਚਾਰ ਤਾਂ ਕਰੋ ਵੀ ਲਵਕੁਸ਼ ਦੀ ਤਸਵੀਰ ਕਿਉਂ ਨਹੀਂ? ਇਹ ਇੱਥੇ ਕਰਕੇ ਆ ਕਿ ਮਾਤਾ ਸੀਤਾ ਜਿਹੜੀ ਭਗਵਾਨ ਵਾਲਮੀਕੀ ਦੇ ਕੋਲ ਗਈ ਆ, ਲਵਕੁਸ਼ ਨੂੰ ਵਿਦਿਆ ਪ੍ਰਾਪਤ ਕੀਤੀ ਆ ਤਾਂ ਭਗਵਾਨ ਵਾਲਮੀਕੀ ਦੇ ਕੋਲ ਪ੍ਰਾਪਤ ਕੀਤੀ ਆ। ਇਸ ਕਰਕੇ ਫੋਟੋ ਨਹੀਂ ਲਗਾ ਰਹੇ। ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸਾਡੇ ਨਾਲ ਜੁੜ ਚੁੱਕੇ ਨੇ ਜੀ ਹਰਨਾਮ ਦਾਸ ਮਹੇ ਜੋ ਕਿ ਸੋਸ਼ਲ ਵਰਕਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਵੇਂ ਅੱਜ ਕੱਲ੍ਹ ਕੀ ਆ ਕਿ ਦੁਸਹਿਰੇ ਦੇ ਵਿੱਚ ਰਾਵਣ ਦਾ ਪੁਤਲਾ ਜਲਾਇਆ ਜਾਂਦਾ ਤੇ ਇਹਦਾ ਵਿਰੋਧ ਵੀ ਹੋ ਰਿਹਾ, ਤੁਹਾਡੇ ਮੁਤਾਬਿਕ ਕੀ ਇਹ ਵਿਰੋਧ ਜਿਹੜਾ ਸਹੀ ਹੈ ਜਾਂ ਗਲਤ? ਦੇਖੋ, ਐਸਾ ਹੈ ਕਿ ਸਾਡੇ ਭਾਰਤ ਵਿੱਚ ਜੋ ਇਤਿਹਾਸ ਪੜ੍ਹਾਇਆ ਜਾਂਦਾ ਨਾ, ਉਹ ਬਿਲਕੁਲ ਗਲਤ ਤੇ ਝੂਠਾ ਪੜ੍ਹਾਇਆ ਜਾਂਦਾ। ਉਸ ਦੇ ਵਿੱਚ ਰਾਵਣ ਨੂੰ ਇੱਕ ਬਹੁਤ ਹੀ ਘਟੀਆ ਕਿਸਮ ਦਾ ਇਨਸਾਨ ਤੇ ਜ਼ਾਲਮ ਆਦਮੀ ਦਿਖਾਇਆ ਗਿਆ ਜੋ ਇਤਿਹਾਸ ਦੇ ਵਿੱਚ ਹੈ, ਪਰ ਇਸ ਤਰ੍ਹਾਂ ਨਹੀਂ ਹੈ। ਉਹ ਝੂਠ ਹੈ। ਉਹ ਇੱਕ ਵਿਦਵਾਨ ਸੀ ਔਰ ਉਸ ਨੂੰ ਸਾਜ਼ਿਸ਼ ਨਾਲ ਮਾਰਿਆ ਗਿਆ ਜੀ, ਤੇ ਉਸ ਦੇ ਪੁਤਲਾ ਨਹੀਂ ਜਲਾਇਆ ਜਾਣਾ ਚਾਹੀਦਾ। ਅਸੀਂ ਉਹਦਾ ਵਿਰੋਧ ਕਰਦੇ ਹਾਂ ਔਰ ਕਈ ਜਗ੍ਹਾ ਤੇ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਐਜੀਟੇਸ਼ਨ ਵੀ ਹੋਈਆਂ ਔਰ ਅੰਦੋਲਨ ਵੀ ਹੋਏ ਆ, ਔਰ ਕਈ ਜਗ੍ਹਾ ਤਾਂ ਕੋਰਟਾਂ ਨੇ ਵੀ ਆਰਡਰ ਦਿੱਤੇ ਆ ਕਿ ਇਹਨੂੰ ਬੰਦ ਕੀਤਾ ਜਾਵੇ। ਪਰ ਫਿਰ ਵੀ ਇੱਥੇ ਬ੍ਰਾਹਮਣਵਾਦ ਕਰਕੇ ਜਾਂ ਹਿੰਦੂ ਸ਼ਾਸਨ ਕਰਕੇ, ਹਿੰਦੂਆਂ ਦੀ ਜਿਹੜੀ ਹੈਗੀ ਆ ਪ੍ਰਭੂ ਸੱਤਾ ਕਰਕੇ ਜਾਂ ਉਹਨਾਂ ਦਾ ਬੋਲਬਾਲਾ ਜ਼ਿਆਦਾ ਕਰਕੇ ਤੇ ਉਹਦਾ ਰਾਵਣ ਦਾ ਜਿਹੜਾ ਪੁਤਲਾ ਜਲਾਇਆ ਜਾਂਦਾ, ਜਿਹੜਾ ਕਿ ਸਰਾਸਰ ਗਲਤ ਹੈ। ਤੇ ਇਸ ਨੂੰ ਬੰਦ ਕਰਨਾ ਚਾਹੀਦਾ ਤੇ ਇਸ 'ਤੇ ਪਾਬੰਦੀ ਲਾਉਣੀ ਚਾਹੀਦੀ ਆ ਰਾਸ਼ਟਰਪਤੀ ਨੂੰ, ਪਾਰਲੀਮੈਂਟ ਵਿੱਚ, ਤੇ ਜਿਹੜੀ ਸਾਡੀ ਕਾਰਜਪਾਲਿਕਾ ਆ, ਨਿਆਂਪਾਲਿਕਾ ਆ, ਤੇ ਜਿਹੜੀਆਂ ਵੀ ਹੈਗੀਆਂ ਸੰਸਥਾਵਾਂ, ਇਹਨਾਂ 'ਤੇ ਬੈਨ ਲਾਉਣਾ ਚਾਹੀਦਾ ਤਾਂ ਕਿ ਅੱਗੇ ਤੋਂ ਉਹਦੀ ਇੱਜ਼ਤ, ਉਹਨੂੰ ਸਨਮਾਨ ਦੇਣਾ ਚਾਹੀਦਾ, ਉਹਨੂੰ ਇੱਜ਼ਤ ਦੇਣੀ ਚਾਹੀਦੀ ਆ ਰਾਵਣ ਜੀ ਨੂੰ, ਮਹਾਤਮਾ ਰਾਵਣ ਜੀ ਨੂੰ। ਉਹ ਵਿਦਵਾਨ ਸਨ
ਉਹ ਕਾਬਲ ਸਨ ਔਰ ਸਾਡੇ ਜਾਤੀ ਦੇ ਵਿੱਚ ਸਾਡੀ ਜਿਹੜੀ ਛੋਟੀਆਂ ਜਾਤੀਆਂ ਚੋਂ ਅਖੀਰਲੇ ਰਾਜੇ ਉਹ ਸਨ ਜਿਨ੍ਹਾਂ ਨੂੰ ਕਿ ਖਤਮ ਕੀਤਾ ਗਿਆ ਔਰ ਸਾਡੀ ਜਿਹੜੀ ਕਿ ਦਲਤਾਂ ਦਾ ਰਾਜ ਸੀ ਜਾਂ ਅਸ਼ੂਦਰਾਂ ਦਾ ਰਾਜ ਸੀ ਉਹ ਖਤਮ ਕਰ ਦਿੱਤਾ ਗਿਆ ਉਸ ਵੇਲੇ। ਉਸ ਦੇ ਬਾਅਦ ਸਾਡਾ ਕਦੀ ਅੱਜ ਤੱਕ ਰਾਜ ਨਹੀਂ ਆਇਆ ਜੀ। ਭਾਜੀ ਤੁਸੀਂ ਇੱਥੇ ਰਾਵਣ ਦੇ ਪੁਤਲੇ ਬਣਾ ਰਹੇ ਹੋ, ਜੇ ਗੱਲਬਾਤ ਕਰੀਏ ਕਿ ਜਿਹੜਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਂਸ ਦੀ, ਬਾਂਸ ਕਿੰਨਾ ਕੁ ਮਹਿੰਗਾ ਆਉਂਦਾ, ਕਿੱਥੋਂ ਲੈ ਕੇ ਆਉਂਦੇ, ਇਹਦੇ ਬਾਰੇ ਦੱਸੋ। ਸਰ ਇਹ ਬਾਂਸ ਆਪਣਾ ਹਿਮਾਚਲ ਤੋਂ ਆਉਂਦਾ ਹੈ, ਕੋਈ ਆਪਣਾ ਕੋਲਕਾਤਾ ਸਾਈਡ ਵਾਲੀ ਬਾਹਰੋਂ ਆਉਂਦਾ ਹੈ ਤੇ ਹੁਣ ਇਸ ਟਾਈਮ ਇਹਦਾ ਰੇਟ ਬਹੁਤ ਜ਼ਿਆਦਾ ਉੱਪਰ ਹਾਈ ਕੀਤਾ ਹੋਇਆ ਨਾ ਸਰਕਾਰ ਨੇ, ਗਵਰਨਮੈਂਟ ਨੇ ਇੰਨਾ ਰੇਟ ਹਾਈ ਕੀਤਾ ਹੈ ਕਿ ਸਾਡੇ ਲਈ ਬਹੁਤ ਦਿੱਕਤ ਆਉਂਦੀ ਪਈ ਹੈ। ਹਾਂਜੀ। ਜੇ ਗੱਲ ਕਰੀਏ ਤੁਹਾਡੇ ਕਾਰੋਬਾਰ ਦੀ ਵੀ, ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਡੇ ਪਹਿਲਾਂ ਪੁਰਖੇ ਵੀ ਕੰਮ ਇਹ ਕਰਦੇ ਸੀਗੇ, ਤੁਸੀਂ ਵੀ ਇਹੀ ਕਰਦੇ ਆ ਰਹੇ ਹੋ? ਹਾਂਜੀ, ਪੁਰਖ ਵੀ ਸਾਡੇ ਕਰਦੇ ਆਏ ਤਾਂ ਹੁਣ ਅਸੀਂ ਵੀ ਕਰ ਰਹੇ ਹਾਂ। ਹੁਣ ਸਾਡੇ ਆਉਣ ਦੇ ਟਾਈਮ ਤੇ ਸਾਨੂੰ ਵੀ ਹੁਣ ਮੁਸ਼ਕਿਲ ਪੈਣੀ ਕਿ ਆਉਣ ਦੇ ਟਾਈਮ ਤੇ ਕੀ ਹੋਏਗਾ ਸਾਡਾ। ਕਦੀ ਜਦੋਂ ਇਦਾਂ ਸਰਕਾਰ ਇਹ ਸਮਾਨ ਮਹਿੰਗਾ ਕਰਦੀ, ਕਦੀ ਦਿਲ ਵਿੱਚ ਆਇਆ ਕਿ ਜਿਹੜਾ ਸਾਡਾ ਕੰਮ ਹੈ ਬਦਲ ਦਿੱਤਾ ਜਾਵੇ? ਆਂਦਾ ਜੀ, ਪਰ ਹੁਣ ਕੀ ਕਰ ਸਕੀਏ, ਪਰ ਕੁਝ ਚਾਂਸ ਹੀ ਨਹੀਂ ਹੈ ਕਰਨ ਦਾ। ਜੇ ਨਾਰਮਲ ਬੰਦਾ ਫਿਰ ਕੀ ਕਰੂਗਾ? ਕਿਉਂਕਿ ਜੇ ਦੇਖਿਆ ਜਾਵੇ, ਕਿਉਂਕਿ ਜਿਹੜੇ ਤੁਹਾਡੇ ਬਣਾਏ ਪੁਤਲੇ ਨੇ ਪੂਰੇ ਜਲੰਧਰ ਸ਼ਹਿਰ ਦੇ ਵਿੱਚ, ਸ਼ਹਿਰੋਂ ਬਾਹਰ ਵੀ ਜਾਂਦੇ ਨੇ ਕਿ ਜਲੰਧਰ ਦੇ ਵਿੱਚ ਰਹਿੰਦੇ ਨੇ? ਸ਼ਹਿਰੋਂ ਬਾਹਰ ਵੀ ਜਾਂਦੇ, ਪਰ ਹੁਣ ਐਤਕੀ ਤਾਂ ਕੁਝ ਵੀ ਨਹੀਂ ਹੈ। ਉਹਨਾਂ ਨੇ ਲੋਕਡਾਊਨ ਕਰਕੇ ਸਾਰਾ ਕਰੋਨਾ ਕਰਕੇ ਸਭ ਇਹਨਾਂ ਨੇ ਇੱਕਦਮ ਨਾ ਪੂਰਾ ਹੀ ਬੰਦ ਕਰਵਾਤਾ ਕੰਮ, ਪੂਰਾ ਬੰਦ ਕਰਵਾਤਾ। ਜੇ ਪਿਛਲੀ ਗੱਲ ਕੀਤੀ ਜਾਵੇ 2 ਸਾਲ ਜਿਹੜੇ ਪੁਰਾਣੇ ਪਿਛਲੇ ਰਹੇ ਨੇ, ਉਹਦੇ ਵਿੱਚ ਬਹੁਤ ਘੱਟ ਦਸਹਿਰਾ ਮਨਾਇਆ ਗਿਆ। ਕਿੰਨੀਆਂ ਕੁ ਦਿੱਕਤਾਂ ਆਈਆਂ, ਕਿੰਨੀਆਂ ਮੁਸ਼ਕਲਾਂ ਆਈਆਂ, ਕੰਮ ਕਿੰਨਾ ਜਿਹੜਾ ਪੈਸੇ ਵੱਲੋਂ ਕਿੰਨਾ ਘੱਟ ਹੋਇਆ? 2 ਸਾਲ ਤੋਂ ਦੁਸ਼ਹਿਰਾ ਬਣਿਆ ਹੀ ਨਹੀਂ ਕਿਉਂਕਿ ਇਹਨਾਂ ਨੇ ਬਿਲਕੁਲ ਹੀ ਲੋਕਡਾਊਨ ਕਰਕੇ ਫਿਰ ਦੁਸ਼ਹਿਰਾ ਲੱਗਣ ਨਹੀਂ ਦਿੱਤਾ। ਹੁਣ ਐਤਕੀ ਬਿਲਕੁਲ ਵੀ ਨਹੀਂ ਲੱਗਣ ਦਿੱਤਾ। ਜਿਹੜਾ ਮਾੜਾ ਮੋਟਾ ਹੁਣ ਆਉਂਦਾ ਸੀ ਉਹ ਵੀ ਬਿਲਕੁਲ ਹੀ ਛੋਟੇ ਵਗੈਰਾ ਤੇ ਵੀ ਚਾਂਸ ਬਿਲਕੁਲ ਨਹੀਂ ਹੈ। ਇਸ ਵਾਰ ਬੰਦ ਕਰ ਰਹੇ ਨੇ? ਇਸ ਟਾਈਮ ਬੰਦ ਕਰ ਰਹੇ। ਕੀ ਕਾਰਨ ਲੱਗਦਾ ਕਿਉਂ ਬੰਦ ਕਰ ਰਹੇ ਨੇ? ਹੁਣ ਇਹ ਸਰਕਾਰ ਨੂੰ ਪਤਾ ਕਿਉਂ, ਕਿਉਂਕਿ ਇਹਨਾਂ ਨੂੰ ਇਹ ਕਿ ਕਰੋਨਾ ਕਰਕੇ ਕਰੀ ਜਾਂਦੇ ਪਏ ਆ। ਤੁਹਾਨੂੰ ਲੱਗਦਾ ਕਰੋਨਾ ਹੈ? ਕਰੋਨਾ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਏਗਾ, ਕਿਉਂਕਿ ਜੇ ਹੁੰਦਾ ਤਾਂ ਬਾਕੀ ਚਾਂਸ ਸਭ ਨੂੰ ਕਰਨਾ ਚਾਹੀਦਾ। ਬਾਕੀ ਜਿਹੜੇ ਦਿਨ ਤਿਉਹਾਰ ਮਨਾਏ ਜਾ ਰਹੇ ਉਹਨਾਂ ਦਾ ਕਿਉਂ ਨਹੀਂ ਕੀਤਾ ਗਿਆ? ਹੁਣ ਇਹ ਦੁਸ਼ਹਿਰਾ ਜਿਹੜੇ ਮੇਨ ਤਿਉਹਾਰ ਹੈ ਜਿਹੜੇ ਉਹ 'ਚ ਕਰੀ ਜਾਂਦੇ ਪਏ ਬੰਦ ਜੀ। ਜੇ ਗੱਲਬਾਤ ਇਹ ਕੀਤੀ ਜਾਵੇ ਕਿ ਇੱਕ ਪੁਤਲੇ ਦੇ ਵਿੱਚ ਜਿਹੜੇ ਪੂਰੇ ਤੁਹਾਡੇ ਟੋਟਲ ਬਾਂਸ ਨੇ ਕਿੰਨੇ ਲੱਗਦੇ ਨੇ? ਇੱਕ ਪੁਤਲੇ ਦੇ ਸਾਡੇ 50 ਬਾਂਸ ਲੱਗ ਜਾਂਦੇ ਆ। ਤੇ ਕਿੰਨੇ ਫੁੱਟ ਦਾ ਪੁਤਲਾ ਹੁੰਦਾ? 30-35 ਫੁੱਟ ਦਾ ਪੁਤਲਾ ਹੈਗਾ ਤਾਂ 50 ਬਾਂਸ ਲੱਗ ਜਾਂਦੇ ਸਾਡੇ। ਬਾਂਸ ਜਿਹੜਾ ਕਿਲੋ ਦੇ ਹਿਸਾਬ ਨਾਲ ਮਿਲਦਾ ਜਾਂ ਕਿਸ ਤਰ੍ਹਾਂ? ਇਹ ਗੱਠਿਆਂ ਦੇ ਹਿਸਾਬ ਨਾਲ ਮਿਲਦਾ, 5 ਪੀਸ ਦੇ ਹਿਸਾਬ ਨਾਲ ਮਿਲਦਾ ਸਾਨੂੰ। ਕਿੰਨੇ ਫੁੱਟ ਦਾ ਇੱਕ ਬਾਂਸ ਹੁੰਦਾ? 17-18 ਫੁੱਟ ਦਾ ਹੁੰਦਾ ਜੀ। 17-18-25 ਫੁੱਟ ਦਾ ਇੱਕ ਹੁੰਦਾ ਬਸ। ਤੇ ਇਸ ਤੋਂ ਬਾਅਦ ਇਸ ਪੁਤਲੇ ਦੇ ਉੱਪਰ ਜਿਹੜਾ ਤੁਸੀਂ ਬਣਾਇਆ ਹੈ ਪੂਰਾ ਡਿਜ਼ਾਈਨ ਜਿਹੜਾ ਤਿਆਰ ਕੀਤਾ ਹੈ, ਇਹਦੇ ਉੱਪਰ ਅਖਬਾਰ ਲੱਗੇਗੀ, ਅਖਬਾਰ ਤੋਂ ਬਾਅਦ ਪੇਪਰ ਲੱਗੇਗਾ। ਅਖਬਾਰ ਕਿੱਥੋਂ ਲੈ ਕੇ ਆਉਂਦੇ ਇੰਨੀ ਸਾਰੀ? ਇਹ ਸਾਰੀ ਰੱਦੀ ਵਾਲਿਆਂ ਦੀ ਅਖਬਾਰਾਂ ਚੁੱਕੀ ਦੀਆਂ। ਰੱਦੀ ਵਾਲਿਆਂ ਦੀ ਅਖਬਾਰਾਂ ਵੀ ਇੰਨੀਆਂ ਮਹਿੰਗੀਆਂ, ਜਿਹੜੀ ਅਸੀਂ 10 ਰੁਪਏ ਵੇਚਦੇ ਉਹ 40 ਰੁਪਏ ਸਾਨੂੰ ਕਿਲੋ ਵੇਚਦੇ ਹਾਂ। 40 ਰੁਪਏ ਕਿਲੋ ਵੇਚਦੇ ਨੇ? ਹਾਂਜੀ। ਤੇ ਉਸ ਤੋਂ ਬਾਅਦ ਜਿਹੜਾ ਪੇਪਰ ਉਹ ਕਿੱਦਾਂ ਲੈ ਕੇ ਆਉਂਦੇ ਹੋ? ਇਹ 1000 ਰੁਪਏ ਹੈਗਾ ਪੇਪਰ 1000 ਰੁਪਏ ਕਿਸ ਤਰ੍ਹਾਂ ਕਿਲੋ ਜਾਂ ਕਿਸ ਤਰ੍ਹਾਂ? ਕਿ ਇਹ ਪੀਸ ਦੇ 400 ਪੀਸ ਹੁੰਦੇ ਆ ਇੱਕ 1000 ਦੇ ਵਿੱਚ 400 ਜਾਂ 500 ਪੀਸ? ਹਾਂਜੀ ਹਾਂਜੀ। ਤੇ ਜੇ ਗੱਲ ਕੀਤੀ ਜਾਵੇ ਹੁਣ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਇਹਨੂੰ ਬਣਾਉਣ ਦੇ ਵਿੱਚ, ਤੇ ਦੁਸਹਿਰੇ ਤੋਂ ਕਿੰਨੇ ਟਾਈਮ ਪਹਿਲਾਂ ਜਿਹੜਾ ਤੁਸੀਂ ਪੁਤਲਾ ਬਣਾਉਣਾ ਸ਼ੁਰੂ ਕਰ ਦਿੰਦੇ ਹੋ? 1 ਮਹੀਨਾ ਪਹਿਲਾਂ ਕਰ ਦਿੰਦੇ। ਹੁਣ ਤੁਸੀਂ ਦੇਖ ਹੀ ਰਹੇ ਹੋ ਇਸ ਟਾਈਮ ਵੀ ਇਸ ਲਈ ਮੁਸ਼ਕਿਲ ਹੈ ਸਾਨੂੰ ਹੁਣ ਕਿ ਹੁਣ ਇਹ ਤਾਂ ਆਰਡਰ ਵੀ ਨਹੀਂ ਆਇਆ, ਫਿਰ ਵੀ ਆਪਾਂ ਬਣਾ ਕੇ ਰੱਖ ਰਹੇ ਕਿ ਚਾਂਸ ਰਿਸਕ ਲੈ ਕੇ। ਮਤਲਬ ਕੋਈ ਆਰਡਰ ਨਹੀਂ ਆਇਆ, ਸਿਰਫ ਬਣਾ ਕੇ ਰੱਖ ਰਹੇ ਹੋ, ਸ਼ਾਇਦ ਕੋਈ ਲੈ ਜਾਵੇ। ਤੇ ਕਿੰਨੀ ਕੁ ਲਾਗਤ ਕਿੰਨੀ ਕੁ ਆਉਂਦੀ ਆ? ਲਾਗਤ ਇਹਦਾ ਕਿ ਇੱਕ ਰਾਵਣ ਦੇ ਉੱਪਰ ਸਾਡੀ 10-15 ਹਜ਼ਾਰ ਰੁਪਏ ਆ ਜਾਂਦੀ ਹੈ ਤੇ ਉਹਦੇ ਵਿੱਚੋਂ 2-3 ਹਜ਼ਾਰ 4 ਹਜ਼ਾਰ ਬਚ ਜਾਂਦੀ ਸਨ। ਮਤਲਬ 1 ਮਹੀਨਾ ਕੰਮ ਕਰਕੇ ਸਿਰਫ 4 ਜਾਂ 5 ਹਜ਼ਾਰ ਰੁਪਏ ਬਚਦਾ? ਹਾਂਜੀ। ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਸ ਬਾਰੇ, ਕਿਉਂਕਿ ਸਮਾਨ ਮਹਿੰਗਾ ਹੋ ਰਿਹਾ ਆ, ਠੀਕ ਆ, ਬਾਂਸ ਮਹਿੰਗਾ ਹੋ ਰਿਹਾ, ਪੇਪਰ ਮਹਿੰਗਾ ਹੋ ਰਿਹਾ, ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਇਹ ਕਹਿਣਾ ਚਾਹਾਂਗਾ ਕਿ ਮਹਿੰਗਾਈ ਵਾਸਤੇ ਥੋੜਾ ਧਿਆਨ ਦੇਵੇ, ਕਿਉਂਕਿ ਮਹਿੰਗਾਈ ਦਿਨੋਂ ਦਿਨ ਵਧੀ ਜਾਂਦੀ ਵੀ। ਘਟਾਉਣ ਦੀ ਜਗ੍ਹਾ ਤੇ ਵੀ ਜਦੋਂ ਦੀ ਸਰਕਾਰ ਮੋਦੀ ਸਰਕਾਰ ਆਈ ਹੈ, ਸਰਕਾਰ ਨੇ ਹੋਰ ਮਹਿੰਗਾਈ ਵਧਾਤੀ ਹੈ, ਘਟਾਈ ਨਹੀਂ ਹੈ। ਸ਼ਹਿਰ ਵਾਸਤੇ ਕੁਝ ਨਹੀਂ ਸੋਚਿਆ ਨਹੀਂ। ਤੇ ਜੇ ਗੱਲ ਕੀਤੀ ਜਾਵੇ ਕਿ ਪੂਰਾ ਤੁਸੀਂ ਸਵੇਰੇ ਕਿੰਨੇ ਵਜੇ ਸ਼ੁਰੂ ਹੁੰਦੇ ਹੋ, ਕਿੰਨੇ ਵਜੇ ਕੰਮ ਜਿਹੜਾ ਖਤਮ ਕਰਦੇ ਹੋ? ਸਵੇਰੇ ਇੱਦਾਂ ਕਿ 5-6 ਵਜੇ ਸ਼ੁਰੂ ਹੋ ਜਾਂਦੇ ਆ ਤਾਂ ਰਾਤ ਤੱਕ ਕਈ ਵਾਰੀ ਹੁਣ ਜਿੱਦਾਂ ਦਿਨ ਨੇੜੇ ਆ ਰਹੇ ਆ ਤਾਂ ਰਾਤ ਦੇ 12-1 ਵਜੇ ਤੱਕ ਲੱਗੇ ਰਹਿੰਦੇ। 12-1 ਵਜੇ ਤੱਕ? ਹਾਂਜੀ। ਤੇ ਇੱਕ ਸਵਾਲ ਪੁੱਛਦਾ ਮੈਂ ਤੁਹਾਨੂੰ, ਹਰ ਇੱਕ ਲੋਕ ਦਾ ਵੱਖਰਾ ਕਹਿਣਾ ਆ ਕਿ ਕਈਆਂ ਦਾ ਕਹਿਣਾ ਕਿ ਰਾਵਣ ਸਹੀ ਸੀ, ਕਈਆਂ ਦਾ ਕਹਿਣਾ ਕਿ ਰਾਮ ਜੀ ਸਹੀ ਸੀ। ਤੁਹਾਡੇ ਵੱਲੋਂ ਕੀ ਲੱਗਦਾ ਕਿ ਕੌਣ ਸਹੀ ਸੀ? ਕਿਉਂਕਿ ਦੇਖਿਆ ਜਾਵੇ ਤਾਂ ਰਾਵਣ ਨੇ ਆਪਣੀ ਭੈਣ ਦਾ ਬਦਲਾ ਲਿਆ ਸੀ। ਕੀ ਕਹਿਣਾ ਚਾਹੋਗੇ? ਇਹ ਤਾਂ ਗੱਲ ਹੈ ਜਿਹੜੀ ਮਹਾਂਪੁਰਸ਼ਾਂ ਨੇ ਜੋ ਲਿਖੀ ਹੋਈ ਹੈ ਤਾਂ ਉਹਦੇ ਵਿੱਚੋਂ ਹੀ ਉਹਨਾਂ ਦੀ ਚੱਲਦੀ ਜਾਂਦੀ। ਹੁਣ ਇਹਦੇ ਵਿੱਚ ਆਪਾਂ ਬਦਲ ਨਹੀਂ ਸਕਦੇ ਕਿਉਂਕਿ ਇਨਸਾਨ ਕੁਝ ਨਹੀਂ ਕਰ ਸਕਦਾ, ਜੋ ਰੱਬ ਨੇ ਕਰਕੇ ਤਾਂ ਉਹ ਰਜਿਸਟਰੀ ਚੱਲਦੀ ਆਉਂਦੀ ਪਈ ਹੈ। ਤੁਹਾਡਾ ਕੀ ਕਹਿਣਾ ਕਿ ਕੌਣ ਸਹੀ ਸੀ? ਤੇ ਦੇਖੋ ਰਾਵਣ ਦੇਵਤਾ ਵੀ ਆਪਣੀ ਜਗ੍ਹਾ ਸਹੀ ਸੀਗੇ, ਬਾਮਨ ਸੀਗੇ। ਉਹਨਾਂ ਨੂੰ ਪਤਾ ਸੀ ਮੇਰੀ ਮੌਤ ਉਹਨਾਂ ਦੇ ਹੱਥ ਹੀ ਹੈ, ਰਾਮ ਜੀ ਦੇ। ਤਾਂ ਉਹਨਾਂ ਨੂੰ ਵੀ ਪਤਾ ਸੀਗਾ ਤਾਂ ਹੀ ਉਹਨਾਂ ਨੇ ਰਾਮ ਜੀ ਵੱਲੋਂ ਹੱਥ ਤੋਂ ਮੌਤ ਲਿੱਤੀ। ਜੇ ਦੇਖਿਆ ਜਾਵੇ ਕਿਉਂਕਿ ਜਦੋਂ ਰਾਵਣ ਦਹਨ ਕਰਦੇ ਆ
ਤੇ ਜਿਹੜੇ ਉਹਦੇ ਅਸਤ ਹੁੰਦੇ ਘਰ ਲੈ ਕੇ ਜਾਂਦੇ ਆ, ਇੱਕ ਪਾਸੇ ਲੋਕ ਰਾਵਣ ਨੂੰ ਮਾੜਾ ਕਹਿੰਦੇ, ਦੂਜੇ ਪਾਸੇ ਉਹਦੇ ਅਸਤ ਲੈ ਕੇ ਜਾਂਦੇ, ਕੀ ਕਹਿਣਾ ਚਾਹੋਗੇ ਕਿਉਂ ਲੈ ਕੇ ਜਾਂਦੇ ਨੇ? ਦੇਖੋ ਜਿਹੜੇ ਲੋਕੀ ਮਾੜਾ ਕਹਿੰਦੇ ਉਹ ਪਾਗਲਪਨ ਕੰਮ ਹੈ, ਕਿਉਂਕਿ ਕਿਉਂ ਕਹਿਣਾ ਨਹੀਂ ਚਾਹੀਦਾ। ਇੱਕ ਪਾਸੇ ਉਹਨਾਂ ਦਾ ਚਲੋ ਦਿਨ ਤਿਉਹਾਰ ਹੈ, ਬਾਹਮਣ ਹੈ ਇਹ ਤਾਂ, ਠੀਕ ਹੈ ਨਾ, ਤੇ ਇਹ ਤਾਂ ਚਲੋ ਅਸਤੇ ਇਹਨਾਂ ਦੇ ਲੈ ਕੇ ਜਾਂਦੇ ਲੋਕੀ ਕਿ ਡਰੇ ਨਾ, ਕੋਈ ਬੱਚੇ ਵਾਸਤੇ ਡਰ ਨਾ ਲੱਗੇ, ਚੰਗਾ ਮੰਨਿਆ ਜਾਂਦਾ ਇਹਨਾਂ ਇਹ ਚੰਗਾ ਮੰਨਿਆ ਜਾਂਦਾ ਜਾਂ ਵਹਿਮ ਹੈ? ਚੰਗਾ ਮੰਨਿਆ ਜਾਂਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹ ਸਾਰੇ ਤਾਂ ਮੈਂ ਕਹਿੰਦਾ ਚੰਗਾ ਮੰਨਿਆ ਜਾਂਦਾ, ਲਿਜਾਣਾ ਚਾਹੀਦਾ, ਬੜੀਆ ਹੁੰਦਾ। ਅਸੀਂ ਆਪ ਆਪਣੇ ਘਰ ਲੈ ਕੇ ਆਈਦਾ। ਜੇ ਇੱਕ ਲਾਸਟ ਸਵਾਲ ਪੁੱਛਦਾ, ਕਿਉਂਕਿ ਪੂਰੇ ਸਾਲ ਦੇ ਬਾਅਦ ਇਹ ਤਿਉਹਾਰ ਹੁੰਦਾ ਤੇ ਤੁਸੀਂ ਰਾਵਣ ਬਣਾਉਂਦੇ ਹੋ, ਕਿਤੇ ਨਾ ਕਿਤੇ ਚਲੋ ਤੁਹਾਨੂੰ ਵੀ ਤਾਂ ਕਮਾਈ ਹੁੰਦੀ ਹੈ, ਪਰ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਪੂਰੇ ਸਾਲ ਦੇ ਵਿੱਚ ਕਿਹੜਾ ਐਸਾ ਕੰਮ ਕਰਦੇ ਹੋ ਜਿਹੜਾ ਤੁਸੀਂ ਪੈਸੇ ਕਮਾਉਂਦੇ ਹੋ? ਸਾਡਾ ਇਹਦੇ ਵਿੱਚ ਤੁਹਾਡਾ ਉਸ ਤੋਂ ਬਾਅਦ ਫਿਰ ਹੁਣ ਦੀਵਾਲੀ ਦਾ ਆਉਂਦਾ, ਡੈਕੋਰੇਸ਼ਨ ਦਾ ਕੰਮ ਆਉਂਦਾ। ਹੁਣ ਦੀਵਾਲੀ ਤੇ ਵੀ ਇਹਨਾਂ ਨੇ ਬੈਨ ਲਾਤਾ ਕਿ ਪਟਾਕੇ ਵਗੈਰਾ ਦੀਵਾਲੀ ਵਾਲੀ ਨਹੀਂ ਮਨੂਗੀ ਦਿਨ ਤਿਉਹਾਰ, ਤੇ ਦਿਨ ਤਿਉਹਾਰ ਨਹੀਂ ਮਨੂਗੀ ਤਾਂ ਫਿਰ ਤਿਉਹਾਰ ਮਨਾ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਹਰ ਚੀਜ਼ ਤਿਉਹਾਰ ਫਿਰ ਬੰਦ ਕਰੀ ਜਾਂਦੀ ਵੀ ਸਰਕਾਰ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਮੁਸ਼ਕਿਲ ਕਿੰਨੀ ਕੁ ਹੁੰਦੀ ਹੈ ਇਸ ਕੰਮ ਦੇ ਵਿੱਚ? ਕਿੰਨੇ ਟਾਈਮ ਦੇ ਵਿੱਚ ਇੱਕ ਜਿਹੜਾ ਪੁਤਲਾ ਬਣ ਜਾਂਦਾ? ਭਾਈ ਇੱਦਾਂ ਵਾ, ਜਿਹੜਾ ਇੱਕ ਪੁਤਲਾ ਬਣਾਉਣਾ ਆਪਾਂ ਜਿੱਦਾਂ ਆਰਡਰ ਆਵੇ ਜਾਂ ਨਾ ਆਵੇ, ਅਸੀਂ ਆਪਣੇ ਤੋਂ ਤਿਆਰੀ ਰੱਖੀ ਆ ਕਿ ਚਲੋ ਕੋਈ ਨਾ ਕੋਈ ਆਰਡਰ ਆ ਹੀ ਜਾਊਗਾ। ਆਪਾਂ ਨੂੰ ਇੱਕ ਪੁਤਲਾ ਬਣਾਉਣ ਨੂੰ ਜੇ ਬੰਦੇ ਲੱਗੇ 5-6 ਨਾਲ, ਤੇ ਆਪਾਂ ਨੂੰ ਵੱਧ ਤੋਂ ਵੱਧ 3 ਦਿਨ ਲੱਗਦੇ ਇੱਕ ਪੁਤਲੇ ਨੂੰ। ਹਾਂਜੀ। ਕਿੰਨੇ ਫੁੱਟ ਦਾ ਜਿਹੜਾ ਪੁਤਲਾ ਬਣ ਜਾਂਦਾ? ਪੁਤਲਾ ਬਣ ਜਾਂਦਾ 40-50 ਫੁੱਟ ਦਾ। 40-50 ਫੁੱਟ ਦਾ? ਹਾਂਜੀ ਹਾਂਜੀ। ਤੇ ਬਾਈ ਜੀ ਮੁਸ਼ਕਲਾਂ ਬਹੁਤ ਆਉਂਦੀਆਂ ਹੋਣੀਆਂ ਇਸ ਕੰਮ ਦੇ ਵਿੱਚ, ਕਿਉਂਕਿ ਪਹਿਲੋਂ ਬਾਂਸ ਲੈ ਕੇ ਆਉਣਾ, ਪੇਪਰ ਲੈ ਕੇ ਆਉਣੀ, ਅਖਬਾਰ ਲੈ ਕੇ ਆਉਣੀ। ਸਭ ਤੋਂ ਪਹਿਲਾਂ ਆਪਾਂ ਬਾਂਸ ਦੀ ਗੱਲ ਕਰਦੇ, ਬਾਂਸ ਕਿੱਥੋਂ ਲੈ ਕੇ ਆਉਂਦੇ ਹੋ? ਬਾਂਸ ਇੱਦਾਂ ਭਾਈ ਜੀ ਅੱਜ ਦੀ ਡੇਟ ਵਿੱਚ ਦੇਖੀਏ ਲੋਕਡਾਊਨ ਤੋਂ ਬਾਅਦ ਤੇ ਬਾਂਸ ਦਾ ਰੇਟ ਬਹੁਤ ਵਧਿਆ ਹੈ। ਕਿੰਨਾ ਰੇਟ ਹੋ ਗਿਆ? ਪਹਿਲੇ ਆਪਾਂ ਨੂੰ ਮਿਲ ਜਾਂਦਾ ਸੀ ਇੱਕ ਬਾਂਸ ਤਕਰੀਬਨ 40-50 ਰੁਪਏ 45 ਰੁਪਏ ਦੇ ਵਿੱਚ। ਇਸ ਟਾਈਮ 125 ਜਾਂ 100 ਦੇ ਵਿੱਚ ਮਿਲਦਾ ਇੱਕ ਬਾਂਸ। ਤੇ ਕਿੰਨੇ ਬਾਂਸ ਜਿਹੜੇ ਟੋਟਲ ਉਹ ਰਾਵਣ ਦੇ ਪੁਤਲੇ ਦੇ ਵਿੱਚ ਲੱਗਦੇ ਆ? ਜੇ ਆਪਾਂ 50 ਫੁੱਟ ਦੀ ਮੂਰਤੀ ਬਣਾਈਏ ਘੱਟੋ ਘੱਟ ਵੀ ਬਾਂਸ ਲੱਗ ਜਾਂਦੇ ਆ ਜੀ 100 ਤੋਂ 80 ਦੇ ਵਿੱਚ ਬਾਂਸ ਲੱਗ ਜਾਂਦੇ ਇੱਕ ਪੁਤਲੇ ਵਿੱਚ। ਬਾਂਸ ਕਿਲੋ ਦੇ ਹਿਸਾਬ ਨਾਲ ਮਿਲਦੇ ਨੇ ਜਾਂ ਕਿਸ ਤਰ੍ਹਾਂ? ਇਹ ਲੰਬਾਈ ਦੇ ਹਿਸਾਬ ਨਾਲ ਮਿਲਦੇ। ਕਿੰਨੀ ਲੰਬਾਈ ਹੁੰਦੀ ਇੱਕ ਬਾਂਸ ਦੀ? ਇੱਕ ਬਾਂਸ 25 ਫੁੱਟ ਦਾ ਹੈਗਾ, ਉਹ 250 ਤੋਂ 300 ਦੇ ਵਿੱਚ ਮਿਲਦਾ। ਜੇ ਆਪਾਂ ਲਈਏ 15 ਤੋਂ 17 ਫੁੱਟ ਦਾ, ਉਹ ਸਾਨੂੰ ਬਾਂਸ ਮਿਲਦਾ 150 ਤੋਂ 180 ਦੇ ਵਿੱਚ, ਇਸ ਹਿਸਾਬ ਨਾਲ ਮਿਲਦੇ ਜੀ। ਜੇ ਤੁਹਾਡੇ ਕੰਮ ਦੀ ਗੱਲ ਕਰੀਏ, ਜਿਹੜਾ ਕੰਮ ਤੁਹਾਡਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ? ਹਾਂਜੀ, ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਜੀ। ਹਾਂਜੀ ਹਾਂਜੀ। ਚਲੋ ਦਾਦੇ ਪੜਦਾਦੇ, ਅੱਗੋਂ ਸਾਡੇ ਪਾਪਾ ਜੀ, ਫਿਰ ਅੱਗੋਂ ਅਸੀਂ, ਅੱਗੋਂ ਪਤਾ ਨਹੀਂ ਸਾਡੇ ਬੱਚੇ ਬਣਾਉਣਗੇ ਜਾਂ ਨਹੀਂ ਬਣਾਉਣਗੇ। ਜੀ ਮੈਂ ਇਹੀ ਗੱਲ ਕਰਨ ਲੱਗਾ ਸੀ, ਜੇ ਗੱਲ ਕਰੀਏ ਕਿਉਂਕਿ ਅੱਜ ਕੱਲ੍ਹ ਕੀ ਹੈ ਕਿ ਜੋ ਕੰਮ ਦਾਦੇ ਕਰਦੇ ਨੇ ਉਹ ਅੱਗੇ ਚਲੋ ਉਹਨਾਂ ਦੇ ਮੁੰਡੇ ਤਾਂ ਕਰਦੇ, ਪਰ ਆਪਾਂ ਆਪਣੀ ਪੀੜ੍ਹੀ ਦੀ ਗੱਲ ਕਰੀਏ ਉਹ ਕੰਮ ਛੱਡਦੇ ਜਾ ਰਹੇ ਨੇ। ਕੀ ਕਾਰਨ ਹੈ ਕਿ ਉਹ ਕੰਮ ਛੱਡਦੇ ਜਾ ਰਹੇ ਨੇ? ਕਾਰਨ ਇਹੀ ਮਹਿੰਗਾਈ ਜੀ, ਮਹਿੰਗਾਈ ਇਹੀ ਕਾਰਨ ਹੈ। ਅੱਜ ਕੱਲ੍ਹ ਜਿੱਦਾਂ ਹਰ ਚੀਜ਼ ਦਾ ਫੈਸ਼ਨ ਵੱਧ ਗਿਆ ਹੈ, ਕਈ ਨਹੀਂ ਕਰਕੇ ਖੁਸ਼ ਹੈਗੇ ਆ ਕੰਮ, ਚੰਗਾ ਨਹੀਂ ਲੱਗਦਾ ਅੱਜ ਕੱਲ੍ਹ ਦੇ ਹਿਸਾਬ ਨਾਲ। ਜਿਸ ਤਰ੍ਹਾਂ ਇਹ ਤੁਸੀਂ ਕੀ ਬਣਾ ਰਹੇ ਹੋ? ਇਹ ਅਸੀਂ ਮੂੰਹ ਬਣਾ ਰਹੇ ਜੀ। ਇਹ 15 ਫੁੱਟ ਦੀ ਮੂਰਤੀ ਦਾ ਮੂੰਹ ਹੈ। ਇਹ ਨੱਕ ਹੈ, ਦਾੜੀ ਹੈ, ਉੱਪਰ ਤਾਜ ਲੱਗਣਾ, ਅੱਖਾਂ ਲੱਗਣੀ ਹੈ, ਠੀਕ ਹੈ ਜੀ। ਉਹ ਧਾੜ ਖੜਾ ਪਿਆ, ਇਹ ਬਣ ਰਹੀ ਮੂਰਤੀ 15 ਫੁੱਟ ਦੀ। ਤੇ ਇਹ ਜਿਹੜੀ ਮੂਰਤੀ ਬਣ ਰਹੀ ਹੈ ਇਸ ਦੇ ਉੱਪਰ ਫਿਰ ਪੇਪਰ ਲੱਗੇਗਾ, ਅਖਬਾਰ ਲੱਗੂਗੀ, ਪੇਪਰ ਲੱਗੂਗੀ। ਅਖਬਾਰ ਦੀ ਗੱਲ ਕਰੀਏ, ਇੰਨੀ ਅਖਬਾਰ ਕਿੱਥੋਂ ਲੈ ਕੇ ਆਉਂਦੇ ਹੋ? ਅਖਬਾਰ ਇੱਦਾਂ ਜੀ, ਸਾਨੂੰ ਤਾਂ ਪਹਿਲੇ ਮਿਲਦੀ ਸੀ 10 ਰੁਪਏ ਕਿਲੋ, ਇਸ ਟਾਈਮ 40 ਰੁਪਏ ਕਿਲੋ। ਹਰ ਚੀਜ਼ ਮਹਿੰਗਾਈ ਹੈ, ਪਰ ਗਾਹਕ ਪੈਸੇ ਖਰਚ ਕੇ ਖੁਸ਼ ਨਹੀਂ ਹੈਗਾ ਜੀ। ਤੇ ਜਿਹੜਾ ਪੇਪਰ ਉੱਪਰ ਲੱਗਦਾ, ਪੇਪਰ ਕਿੱਥੋਂ ਲੈ ਕੇ ਆਉਂਦੇ ਹੋ? ਪੇਪਰ ਜੀ ਮਾਰਕੀਟ 'ਚ ਮਿਲ ਜੇ ਠੀਕ ਆ, ਨਹੀਂ ਤੇ ਫਿਰ ਕਿਤੋਂ ਨਾ ਕਿਤੋਂ ਲੈ ਹੀ ਲਈਦਾ। ਪੇਪਰ ਦਾ ਵੀ ਰੇਟ ਅੱਜ ਕੱਲ੍ਹ ਤੇਜ਼ ਆ। ਜੇ ਕਰੋਨਾ ਕਾਲ ਦੀ ਗੱਲ ਕਰੀਏ, ਪਿੱਛੇ 2 ਸਾਲ ਦੇ ਵਿੱਚ ਬਹੁਤ ਮਾੜਾ ਹਾਲ ਰਿਹਾ ਆ, ਮੰਦੀ ਬਹੁਤ ਪਈ ਆ। ਜੇ ਗੱਲ ਕਰੀਏ ਕਿ ਦੁਸਹਿਰਾ ਵੀ ਚੰਗੀ ਤਰ੍ਹਾਂ ਨਹੀਂ ਮਨਾਇਆ ਗਿਆ ਤੇ ਤੁਹਾਡੇ ਜਿਹੜੇ ਪੁਤਲੇ ਸੀ ਉਹ ਵੀ ਕਿਤੇ ਨਾ ਕਿਤੇ ਘੱਟ ਸੀ, ਕਿੰਨਾ ਕੁ ਨੁਕਸਾਨ ਹੋਇਆ ਪਿਛਲੇ ਸਾਲਾਂ ਵਿੱਚ? ਬਹੁਤ ਜ਼ਿਆਦਾ ਜੀ, ਬਹੁਤ ਫਰਕ ਪਿਆ, ਹਰ ਕਿਸੇ ਨੂੰ ਫਰਕ ਪਿਆ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਆਪਾਂ ਜਿੱਥੇ ਬਣਾਈ ਦੇ ਸੀ ਆਪਾਂ ਜਿਆਦਾ ਨਹੀਂ ਕਿ 25-30 ਪੁਤਲੇ ਬਣਾਈ ਦੇ, 40 ਪੁਤਲੇ ਬਣਾਈ ਦੇ। ਪਿਛਲੇ ਸਾਲ ਵੱਧ ਤੋਂ ਵੱਧ 10, 15, 20 ਇਸ ਤੋਂ ਵੱਧ ਨਹੀਂ ਬਣੇ ਪੁਤਲੇ। ਇਸ ਵਾਰ ਕੋਈ ਕੰਮ ਚੱਲਿਆ? ਇਸ ਵਾਰ ਬਣਾਏ ਜ਼ਰੂਰ ਹੈ, ਦੇਖੋ ਚੱਲ ਰਿਹਾ ਮਾੜਾ ਮੋਟਾ, ਤੁਹਾਡੇ ਸਾਹਮਣੇ ਹੀ ਆ, ਦੇਖੋ ਪੁਤਲੇ ਖੜੇ ਪਏ ਆ। 2 ਦਿਨ ਹੈਗੇ ਵੇਗੇ, ਠੀਕ ਹੈ ਨਾ, ਤੇ ਪਏ ਆਪਣੇ ਕੋਲ। ਦੁਸਹਿਰੇ ਤੋਂ ਕਿੰਨਾ ਸਮਾਂ ਪਹਿਲਾਂ ਜਿਹੜਾ ਤੁਸੀਂ ਪੁਤਲਾ ਬਣਾਉਣਾ ਸ਼ੁਰੂ ਕਰ ਦਿੰਦੇ ਹੋ? ਦੁਸਹਿਰੇ ਤੋਂ ਜੇ ਆਰਡਰ ਆ ਜਾਵੇ 1 ਮਹੀਨਾ ਪਹਿਲੇ ਸ਼ੁਰੂ ਕਰੀਦਾ, ਨਹੀਂ ਤੇ ਫਿਰ ਆਪਣੇ ਕੋਲ 15 ਦਿਨ ਪਹਿਲੇ ਸ਼ੁਰੂ ਕਰ ਦਈਦਾ। ਕਿੰਨੇ ਪੁਤਲੇ ਟੋਟਲ ਬਣਾ ਦਿੰਦੇ ਹੋ? ਟੋਟਲ ਜੀ 25-30 ਪੁਤਲੇ ਪਰ ਮੈਂਬਰ, 25-30 ਪੁਤਲੇ ਬਣਾ ਲੈਂਦੇ। ਜੇ ਗੱਲ ਕਰੀਏ ਕਿਉਂਕਿ ਜੇ ਦੇਖਿਆ ਜਾਵੇ ਕਿ ਜਿਹੜਾ ਪੁਤਲਾ ਆ ਸਿਰਫ ਦੁਸਹਿਰੇ ਦੇ ਵਿੱਚ ਤੁਸੀਂ ਪੁਤਲੇ ਬਣਾਉਂਦੇ ਹੋ, ਸਾਲ ਬਾਅਦ ਤਿਉਹਾਰ ਆਉਂਦਾ ਆ, ਉਦੋਂ ਥੋੜੇ ਬਹੁਤੇ ਤੁਸੀਂ ਪੈਸੇ ਕਮਾ ਲੈਂਦੇ ਹੋ। ਇਸ ਤੋਂ ਇਲਾਵਾ ਗੱਲ ਕਰੀਏ ਹੋਰ ਤੁਹਾਡਾ ਕੰਮ ਕੀ ਹੈ? ਹੋਰ ਮਾੜਾ ਮੋਟਾ ਜਿੱਦਾਂ ਹਰ ਕਿਸੇ ਦਾ ਆਪਣਾ ਮਾੜਾ ਮੋਟਾ ਬਿਜ਼ਨਸ, ਦੁਕਾਨ ਤੇ ਲੱਗਾ ਹੋਇਆ, ਕੋਈ ਆਟੋ ਚਲਾ ਰਿਹਾ, ਕੋਈ ਦਿਹਾੜੀ ਲਾ ਰਿਹਾ, ਚੱਕਰ ਹੈਗਾ ਜੀ। ਲਾਗਤ ਕਿੰਨੀ ਆਉਂਦੀ ਹੈ ਪੁਤਲੇ ਦੇ ਵਿੱਚ? ਇੱਕ ਪੁਤਲੇ ਜਿੱਦਾਂ ਆਪਾਂ ਇਹ ਸੈੱਟ ਫੜਿਆ ਵਾ 50,000 ਦਾ,
ਉਹ 'ਚ ਲਾਗਤ ਆਣੀ ਹੈ ਜੇ ਇੱਕ ਸੈੱਟ ਫੜਿਆ ਜੇ ਇੱਕ ਸੈੱਟ 'ਚ ਕੁਝ ਕਮਾਈ ਨਹੀਂ ਹੋਣੀ ਆਪਾਂ ਨੂੰ। ਜੇ ਆਪਾਂ ਕੋਲ 4 ਸੈੱਟ ਆਣ ਫਿਰ ਜਾ ਕੇ ਰੁਪਈਆ 15-15000 ਰੁਪਏ 4 ਮੈਂਬਰ ਹੈਗੇ ਹਿੱਸੇ ਆਵੇਗਾ ਘੱਟੋ ਘੱਟ। ਜੇ 50,000 ਦਾ ਇੱਕ ਸੈੱਟ ਆ। ਮਤਲਬ ਬਹੁਤ ਘੱਟ ਪੈਸੇ ਬਚਦੇ ਕਿ ਮਹੀਨੇ ਵਿੱਚ ਪੂਰਾ ਕੰਮ ਕਰਕੇ ਮਸੀਂ 7-8 ਹਜ਼ਾਰ ਰੁਪਏ ਬਚਦਾ ਆ। ਹਾਂਜੀ ਹਾਂਜੀ। ਤੇ ਹੁਣ ਇੱਕ ਮੈਂ ਚਲੋ ਤੁਹਾਨੂੰ ਸਵਾਲ ਪੁੱਛਦਾ ਕਿ ਕਈਆਂ ਲੋਕਾਂ ਦਾ ਮੰਨਣਾ ਹੈ ਕਿ ਰਾਵਣ ਸਹੀ ਸੀ, ਕਈਆਂ ਦਾ ਮੰਨਣਾ ਹੈ ਕਿ ਰਾਮ ਜੀ ਸਹੀ ਸੀ। ਤੁਸੀਂ ਦੱਸੋ ਤੁਹਾਡੇ ਹਿਸਾਬ ਦੇ ਨਾਲ ਕੌਣ ਸਹੀ ਸੀ? ਅਸੀਂ ਤਾਂ ਕਹਿੰਦੇ ਚਲੋ ਜਿਹੜਾ ਰਾਵਣ ਸੀਗਾ ਉਹ ਵੀ ਗੋਨੀ ਸੀਗਾ, ਯਾਨੀ ਕਿ ਉਹ ਹਰ ਵੇਦ ਸੀਗੇ, ਭਗਵਾਨ ਸੀ, ਪੰਡਤ ਸੀ, ਭੋਲੇ ਸ਼ੰਕਰ ਦਾ ਭਗਤ ਸੀਗਾ। ਪਰ ਹੁਣ ਆਪਾਂ ਦੁਨੀਆਦਾਰੀ ਦੇ ਹਿਸਾਬ ਨਾਲ ਚੱਲਣਾ ਹੈ ਕਿ ਰਾਮ ਜੀ ਸਹੀ ਸੀਗੇ। ਸਹੀ ਸੀਗੇ ਹਾਂਜੀ। ਕਿਉਂਕਿ ਤੁਸੀਂ ਗੱਲ ਕੀਤੀ ਕਿ ਰਾਵਣ ਪੰਡਤ ਸੀ। ਹਾਂਜੀ ਹਾਂਜੀ। ਕਿਤੇ ਨਾ ਕਿਤੇ ਦੇਖਿਓ ਉਹਨੇ ਆਪਣੀ ਭੈਣ ਦਾ ਬਦਲਾ ਲਿਆ ਸੀਗਾ। ਤੇ ਕੀ ਕਹਿਣਾ ਚਾਹੋਗੇ? ਹੁਣ ਆਪਾਂ ਤੇ ਇਹੀ ਕਹਾਂਗੇ ਆਪਾਂ ਰਾਮ ਦੇ ਨਾਲ ਹੀ ਚੱਲਾਂਗੇ ਭਾਈ। ਸਾਨੂੰ ਤਾਂ ਇਹਦੇ ਬਾਰੇ ਨੌਲੇਜ ਹੈ ਨਹੀਂ, ਬਜ਼ੁਰਗਾਂ ਨੂੰ ਪਤਾ ਹੈ। ਠੀਕ ਹੈ, ਆਪਾਂ ਰਮਾਇਣ ਦੇਖੀ ਹੈ ਜਿਹਦੇ ਵਿੱਚ ਦਿਖਾਇਆ ਗਿਆ ਕਿ ਸੀਤਾ ਮਾਤਾ ਦਾ ਹਰਨ ਕੀਤਾ ਗਿਆ। ਠੀਕ ਹੈ ਜੀ, ਰਾਮ ਜੀ ਨੇ ਬਦਲਾ ਲਿੱਤਾ। ਹੁਣ ਚਲੋ ਉਹਨੇ ਆਪਣੀ ਭੈਣ ਦਾ ਬਦਲਾ ਲਿੱਤਾ, ਆਪਾਂ ਕਹਿ ਨਹੀਂ ਸਕਦੇ, ਪਰ ਭਗਵਾਨ ਤੇ ਰਾਮ ਮੰਨਿਆ ਗਿਆ। ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ। ਤੇ ਜਾਂਦੇ ਜਾਂਦੇ ਤੁਸੀਂ ਸਰਕਾਰ ਨੂੰ ਕੁਝ ਸੰਦੇਸ਼ ਦੇਣਾ ਚਾਹੋਗੇ? ਭਾਈ ਕੀ ਸੰਦੇਸ਼ ਦੇ ਸਕਦੇ ਭਾਈ? ਜਿਹੜੇ ਮਿਡਲ ਕਲਾਸ ਜਾਂ ਮਾੜੇ ਬੰਦੇ ਹੈਗੇ ਆ ਉਹਨਾਂ ਦਾ ਗੁਜ਼ਾਰਾ ਔਖਾ ਭਾਈ, ਸਿੱਧੀ ਢੀ ਗੱਲ ਹੈ। ਹਰ ਚੀਜ਼ ਮਹਿੰਗਾਈ ਹੈ, ਖਰਚਾ ਕਿਤੋਂ ਨਹੀਂ ਪੂਰਾ ਹੋ ਰਿਹਾ ਭਾਈ, ਕੁਝ ਨਹੀਂ ਕਹਿ ਸਕਦੇ ਆਪਾਂ। ਧੰਨਵਾਦ ਜੀ ਗੱਲਬਾਤ ਕਰਨ ਲਈ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, V24 ਦੇਖ ਰਹੇ ਹੋ ਤੇ ਮੈਂ ਦਵਿੰਦਰ ਮੰਡ। ਤੇ ਜਿਵੇਂ ਅਸੀਂ ਪਹਿਲਾਂ ਕਾਰੀਗਰਾਂ ਨਾਲ ਗੱਲ ਕੀਤੀ ਕਿ ਤੁਹਾਨੂੰ ਮੁਸ਼ਕਲਾਂ ਕਿਹੜੀਆਂ ਆਉਂਦੀਆਂ ਨੇ ਜਾਂ ਕਿੱਦਾਂ ਤੁਸੀਂ ਪੂਰਾ ਸਮਾਨ ਲੈ ਕੇ ਆਉਂਦੇ ਹੋ, ਇੱਥੇ ਸਾਡੇ ਕੋਲ ਪਬਲਿਕ ਇੰਟਰੈਕਸ਼ਨ ਵੀ ਆਪਾਂ ਕਰਦੇ ਹਾਂ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਉਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਰਾਵਣ ਸਹੀ ਸੀ, ਕਈਆਂ ਦਾ ਮੰਨਣਾ ਹੈ ਕਿ ਰਾਮ ਜੀ ਸਹੀ ਸੀ। ਆਪਾਂ ਪਬਲਿਕ ਦੇ ਰਿਵਿਊ ਲੈਂਦੇ ਹਾਂ। ਦੇਖੋ ਜੀ, ਜੇ ਰਾਵਣ ਜੀ ਦੀ ਗੱਲ ਕੀਤੀ ਜਾਵੇ, ਰਾਵਣ ਪੰਡਤ ਸੀ, ਉਹਨਾਂ ਨੂੰ ਬਹੁਤ ਗਿਆਨ ਸੀ, ਪਰ ਕਿਤੇ ਨਾ ਕਿਤੇ ਉਹਨਾਂ ਨੇ ਸੀਤਾ ਹਰਨ ਕੀਤਾ ਸੀਗਾ। ਤੇ ਉਹ ਕਹਿ ਰਹੇ ਨੇ ਲੋਕਾਂ ਨੇ ਇਹ ਮੰਨਣਾ ਕਿ ਕਈਆਂ ਦਾ ਮੰਨਣਾ ਸਹੀ ਸੀ, ਕਈਆਂ ਦਾ ਮੰਨਣਾ ਗਲਤ ਸੀ। ਤੁਹਾਡੇ ਵਿਚਾਰ ਕੀ ਨੇ, ਕੀ ਲੱਗਦਾ? ਸਰ ਹੈ ਤੇ ਬਿਲਕੁਲ ਉਹ ਠੀਕ ਹੈਗਾ, ਉਹ ਬਹੁਤ ਵਿਦਵਾਨ ਬੰਦੇ ਹੈਗੇ ਸੀ ਜਿਹੜੇ ਰਾਵਣ ਜੀ। ਕਿਉਂਕਿ ਜਿਹਨਾਂ ਨੇ ਜੇ ਭਗਤੀ ਪਾਠ ਕੋਈ ਆਪਾਂ ਕੀਤੀ ਹੈ ਉਹ ਸਾਡੇ ਵਾਸਤੇ ਹੀ ਵਧੀਆ ਵਾ, ਤੇ ਉਹਨਾਂ ਨੇ ਵੀ ਕੀਤੀ ਸੀ, ਉਹਨਾਂ ਵਾਸਤੇ ਬਹੁਤ ਵਧੀਆ। ਜਿਹੜਾ ਵੀ ਕਰੇਗਾ ਉਹਨਾਂ ਵਾਸਤੇ ਵਧੀਆ ਹੀ ਆ, ਕਿਉਂਕਿ ਉਹਨਾਂ ਨੇ ਚਾਰੋਂ ਵੇਦ ਗਿਆਨ ਸੀ ਉਹਨਾਂ ਨੂੰ ਸਾਰਾ ਕੁਝ। ਤੇ ਇਸ ਕਰਕੇ ਉਹ ਹੈ ਵਿਦਵਾਨ ਸੀ, ਉਹਨਾਂ ਨੂੰ ਸਾਰਾ ਕੁਝ ਪਤਾ ਵੀ ਹੈ, ਹੁੰਦਿਆਂ ਸੁਣਦਿਆਂ ਵੀ ਪਤਾ ਸੀ ਕਿ ਇਹ ਚੀਜ਼ ਹੈਗੀ ਹੈ ਕਿ ਆਪਾਂ ਜੋ ਕੰਮ ਹੋਇਆ ਵਾ ਇੰਨੀ ਉਹ ਚੀਜ਼ ਕੀਤੀ ਹੋਈ ਸੀ ਕਿ ਆਪਾਂ ਗਲਤ ਨਾ ਕਰੀਏ। ਪਰ ਫਿਰ ਵੀ ਕਿਤੇ ਨਾ ਕਿਤੇ ਜੇ ਆਪਾਂ ਦੁਨੀਆ ਦੇ ਵਿੱਚ ਆਏ ਹਾਂ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਦਾਂ ਦੀ ਕੋਈ ਗਲਤੀ ਹੋ ਜਾਂਦੀ ਕਿ ਆਪਾਂ ਨੂੰ ਜਾਣਾ ਹੀ ਪੈਣਾ ਵਾ ਵਾਪਸੀ ਤੇ ਉਹ ਵਾ ਚੀਜ਼। ਹੋਰ ਤੇ ਕੋਈ ਗੱਲ ਨਹੀਂ ਹੈਗੀ, ਉਂਝ ਤੇ ਬਹੁਤ ਵਧੀਆ ਨੇ ਸੀ, ਚੰਗੇ ਸੀ, ਵਿਦਵਾਨ ਸੀ, ਸ਼ਿਵ ਜੀ ਦੇ ਭਗਤ ਵੀ ਸੀਗੇ। ਜੀ ਹਾਂਜੀ। ਤੇ ਜੇ ਗੱਲ ਕੀਤੀ ਜਾਵੇ, ਉਹਨਾਂ ਨੇ ਦੇਖਿਆ ਜਾਵੇ ਸਿਰਫ ਆਪਣੀ ਭੈਣ ਦਾ ਇੱਕ ਬਦਲਾ ਲਿਆ ਸੀ ਤੇ ਸੀਤਾ ਮਾਤਾ ਨੇ ਉਹਨਾਂ ਨੂੰ ਵਾਟਿਕਾ ਦੇ ਵਿੱਚ ਰੱਖਿਆ ਸੀ, ਪਰ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਸੀਗਾ। ਕੀ ਕਹਿਣਾ ਚਾਹੋਗੇ? ਸਰ ਇਹ ਗੱਲ ਤੇ ਬਿਲਕੁਲ ਸਹੀ ਹੈਗੀ ਹੈ ਸਰ। ਜਿਹੜੇ ਇਹ ਤੁਸੀਂ ਗੱਲ ਜਿਹੜੀ ਕਹੀ ਹੈ ਬਿਲਕੁਲ ਸਹੀ ਹੈਗੀ ਹੈ ਕਿ ਉਹਨਾਂ ਨੇ ਹੱਥ ਤੱਕ ਨਹੀਂ ਲਾਇਆ, ਕਿਉਂਕਿ ਇਹੀ ਚੀਜ਼ ਸੀ ਜਿਹੜੀ ਉਹਨਾਂ ਨੂੰ ਚੀਜ਼ ਬਚਾਉਂਦੀ ਪਈ ਸੀ। ਇਹੀ ਚੀਜ਼ ਉਹਨਾਂ ਨੂੰ ਬਚਾਉਂਦੀ ਪਈ, ਇਹੀ ਚੀਜ਼ ਕਰਕੇ ਉਹ ਅਮਰ ਹੋ ਗਏ ਇਸ ਟਾਈਮ 'ਤੇ। ਕਿਉਂਕਿ ਜਿਹੜੇ ਰਾਮ ਜੀ ਨੇ ਸੀਤਾ ਵਾਪਸ ਲਈ ਸੀ ਲੰਕਾ 'ਚੋਂ, ਤੇ ਉਦੋਂ ਵੀ ਇਹਨਾਂ ਨੇ ਅਗਨੀ ਦੇਵਤਾ ਨੂੰ ਕਿਹਾ ਸੀ ਕਿ ਸਾਨੂੰ ਉਹ ਪ੍ਰੀਖਿਆ ਦਿਓ। ਅਗਨੀ ਪ੍ਰੀਖਿਆ ਲਈ ਸੀ। ਅਗਨੀ ਪ੍ਰੀਖਿਆ ਲਈ ਸੀ ਤੇ ਉਹ ਉਹਨਾਂ ਨੇ ਅਗਨੀ ਪ੍ਰੀਖਿਆ ਦਿੱਤੀ ਸੀ ਮਾਤਾ ਸੀਤਾ ਨੇ, ਤੇ ਉਹ ਉਹਨਾਂ ਤੇ ਖਰੇ ਉਤਰੇ ਸੀ। ਕਿਉਂਕਿ ਉਹ ਉਦੋਂ ਚੀਜ਼ਾਂ ਕੁਝ ਹੋਰ ਸੀ, ਜੋ ਕਹਿਤਾ ਉਹ ਕਰਦੇ ਸੀ। ਇੱਕ ਜਵਾਨ ਹੁੰਦੀ ਸੀ, ਉਹ ਕਹਿਤਾ ਉਹ ਕਰਦੇ ਸੀ। ਪਰ ਦੇਖਿਆ ਜਾਵੇ ਕਿ ਰਾਵਣ ਜੀ ਨੇ ਆਪਣੀ ਜ਼ਿੱਦ ਨਹੀਂ ਛੱਡੀ ਸੀਗੀ, ਉਹ ਆਖਰ ਤੱਕ ਉਹਨਾਂ ਨੇ ਯੁੱਧ ਕੀਤਾ ਸੀ। ਉਹ ਸਰ ਇਸ ਕਰਕੇ ਸਰ ਹੁਣ ਬੇਸ਼ੱਕ ਭਾਵੇਂ ਅਸੀਂ ਲਾ ਲਓ ਭਾਵੇਂ ਹੋਰ ਲਾ ਲਓ, ਜੇ ਅਸੀਂ ਆਪਣੀ ਚੀਜ਼ ਦੇ ਉੱਤੇ ਬੈਠੇ, ਕਿਉਂਕਿ ਉਹਨਾਂ ਨੂੰ ਆਪਣੇ ਆਪ ਤੇ ਥੋੜ੍ਹਾ ਜਿਹਾ ਮਾਣ ਹੈਗਾ ਕਿ ਸਾਡੇ ਕੋਲ ਮੈਂ ਰਾਜਾ ਤੇ ਮੈਂ ਹੁਣ ਜੇ ਚੀਜ਼ ਕਰ ਲਈ ਹੈ ਤੇ ਮੈਂ ਪਿੱਛੇ ਨਾ ਹਟਾਂ। ਤੇ ਉਹ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਸੀ। ਅਣਖ ਸੀ ਬਸ, ਉਹ ਅਣਖ ਚੀਜ਼ ਹੁੰਦੀ ਹੈ ਇੱਕ, ਬਸ ਹੋਰ ਕੋਈ ਗੱਲ ਨਹੀਂ ਹੁੰਦੀ। ਇਹ ਥੋੜਾ ਜਿਹਾ ਜਿਹੜਾ ਗੁੱਸਾ ਹੁੰਦਾ ਕਈ ਵਾਰੀ ਬਹੁਤ ਦੂਰ ਤੱਕ ਚੱਲ ਜਾਂਦਾ, ਤੇ ਕਈ ਵਾਰੀ ਜੀ ਕੁਝ ਪਬਲਿਕ ਨੂੰ ਕੁਝ ਕਹਿਣਾ ਚਾਹੋਗੇ, ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ? ਕਿਉਂਕਿ ਜੇ ਦੇਖਿਆ ਜਾਵੇ ਕਿ ਪਿੱਛੇ ਕਰੋਨਾ ਕਾਲ ਦੇ ਵਿੱਚ ਕਾਰੀਗਰਾਂ ਦਾ ਵੀ ਬਹੁਤ ਮੰਦਾ ਹਾਲ ਸੀਗਾ। ਉਹ ਤਾਂ ਸਰ ਬਿਲਕੁਲ ਸਹੀ ਹੈ, ਉਹ ਤਾਂ ਸਾਰੇ ਹਿੰਦੁਸਤਾਨ ਨੂੰ ਪਤਾ ਹੈਗਾ ਵਾ ਕਿ ਕਰੋਨਾ ਕਾਲ ਦੇ ਵਿੱਚ 2 ਸਾਲ ਜਿਹੜੇ ਗਏ ਆ ਬਹੁਤ ਮਾੜੇ ਗਏ ਆ, ਤੇ ਹਜੇ ਤੱਕ ਉਹ ਸਰਵਾਈਵਲ ਨਹੀਂ ਕੋਈ ਕਰ ਪਾ ਰਿਹਾ ਇਸ ਟਾਈਮ ਵੀ। ਜੀ ਤੇ ਉਹਦੇ ਕਰਕੇ ਇਹ ਚੀਜ਼ ਕਿ ਹੁਣ ਵੀ ਸਾਡੇ ਕੋਲ ਜਿਹੜੇ ਆਰਡਰਸ ਆਏ ਆ ਥੋੜੇ ਬਹੁਤੇ ਆਏ ਆ, ਸਾਡੇ ਵੀ ਹਜੇ ਵੀ 50% ਹੀ ਆਏ ਸਾਡੇ ਕੋਲ ਜੀ। ਤੇ ਹਜੇ ਵੀ ਆਪਾਂ ਮੀਨਸ ਕਿ ਚਲੋ ਹੁਣ ਥੋੜਾ ਆਵਾਜ਼ ਆਈ ਸ਼ੁਰੂ ਹੋ ਗਈ ਆ, ਆਣਾ ਜਾਣਾ ਸ਼ੁਰੂ ਹੋ ਗਿਆ ਵਾ ਲੋਕਾਂ ਪਬਲਿਕ ਦੇ ਵਿੱਚ। ਰੋਟੀ ਜਿਹੜੇ ਮਿਡਲ ਕਲਾਸ ਦੇ ਲੋਕ ਹੈਗੇ ਉਹੀ ਥੋੜੇ ਬਹੁਤੇ ਉੱਡਦੇ ਪਏ। ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਜੀ।